ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਪਹਿਲਾਂ ਕੱਲ ਦੀ ਪ੍ਰਾਈਮ ਟਾਈਮ ਲੋਕ ਰਾਏ ਦਾ ਨਤੀਜਾ ਜਾਣ ਲੈਂਦੇ ਆ। ਕੱਲ ਦੀ ਲੋਕ ਰਾਏ ਸੀ ਕਿ ਬਹਿਬਲ ਕਲਾਂ ਗੋਲੀकांड ਦੀ ਜਾਂਚ ਕਰਨ ਵਾਲੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਈ ਖੁਲਾਸੇ ਕਰਦਿਆਂ ਦਾਅਵਾ ਕੀਤਾ ਹੈ ਕਿ ਬਰਗਾੜੀ ਕੇਸ ਦਾ ਹੱਲ ਕਦੇ ਨਹੀਂ ਹੋ ਸਕਦਾ। ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਤੁਹਾਨੂੰ ਵੀ ਲੱਗਦਾ ਹੈ ਕਿ ਇਸ ਅਹਿਮ ਕੇਸ ਦਾ ਹੱਲ ਕਦੇ ਨਹੀਂ ਹੋ ਸਕਦਾ? ਤਾਂ ਸਾਡੇ 98% ਦਰਸ਼ਕਾਂ ਨੇ ਹਾਂ ਦੇ ਵਿੱਚ ਉੱਤਰ ਦਿੱਤਾ ਹੈ, ਜਦਕਿ 2% ਦਰਸ਼ਕਾਂ ਨੇ ਨਾ ਦੇ ਵਿੱਚ ਉੱਤਰ ਦਿੱਤਾ ਹੈ। ਅੱਜ ਦੀ ਪ੍ਰਾਈਮ ਟਾਈਮ ਲੋਕ ਰਾਏ ਹੈ ਕਿ ਕਰੋਨਾ ਕਰਕੇ ਪੰਜਾਬ 'ਚ ਵਿਆਹ ਸਮੇਤ ਹਰ ਤਰ੍ਹਾਂ ਦੇ ਇਕੱਠ ਦੀ ਗਿਣਤੀ ਹੈ ਜਿਹੜੀ ਉਹ 20 ਸੀਮਿਤ ਕਰ ਦਿੱਤੀ ਗਈ ਹੈ, ਪਰ ਜ਼ਿਆਦਾਤਰ ਲੋਕ ਵਿਆਹ ਸਮਾਗਮਾਂ 'ਚ ਇਸ ਗਿਣਤੀ ਦੀ ਉਲੰਘਣਾ ਕਰ ਰਹੇ ਨੇ। ਕੀ ਤੁਸੀਂ ਇਸ ਪਾਬੰਦੀ ਨਾਲ ਸਹਿਮਤ ਨਹੀਂ ਹੋ? ਲੋਕਾਂ ਦੇ ਪੈਸੇ ਦੀ ਫालतू ਬਰਬਾਦੀ ਵੀ ਘੱਟ ਹੁੰਦੀ ਹੈ ਤੇ ਧੀਆਂ ਵਾਲਿਆਂ ਨੂੰ ਵੀ ਅੱਡੀਆਂ ਚੁੱਕ ਕੇ ਫਾਹਾ ਲੈਣ ਦੀ ਲੋੜ ਨਹੀਂ ਪੈਂਦੀ। ਜੇ ਤੁਸੀਂ ਇਸ ਰੋਕ ਦੇ ਨਾਲ, ਇਸ ਪਾਬੰਦੀ ਦੇ ਨਾਲ ਸਹਿਮਤ ਹੋ ਤਾਂ ਤੁਸੀਂ ਯੈਸ ਜਾਂ ਹਾਂ ਦੇ ਵਿੱਚ ਉੱਤਰ ਦਿਓ। ਜੇ ਸਹਿਮਤ ਨਹੀਂ ਹੋ ਤਾਂ ਨੋ ਜਾਂ ਨਾ ਦੇ ਵਿੱਚ ਉੱਤਰ ਦਿਓ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਇੱਕ ਨਜ਼ਰ ਪਹਿਲਾਂ ਹੈਡਲਾਈਨਸ ਤੇ। ਕਰੋਨਾ ਕਰਕੇ ਅਮਰਨਾਥ ਯਾਤਰਾ ਬੰਦ ਕਰ ਦਿੱਤੀ ਗਈ ਹੈ। ਓਮਾਨ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਟਰੈਵਲ ਬੈਨ ਲਾ ਦਿੱਤਾ ਹੈ। ਕਰੋਨਾ ਕਰਕੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਵਿੱਚ ਆਸਟ੍ਰੇਲੀਆ ਵੀ ਕਟੌਤੀ ਕਰੇਗਾ। ਆਪਣੇ ਨਾਗਰਿਕਾਂ ਨੂੰ ਵੀ ਭਾਰਤ ਨਹੀਂ ਜਾਣ ਦੇਗਾ। ਅਸਾਮ ਦੇ ਸਿਲਚਰ ਹਵਾਈ ਅੱਡੇ ਤੋਂ ਕਰੋਨਾ ਟੈਸਟ ਕਰਵਾਏ ਤੋਂ ਬਿਨਾਂ 300 ਯਾਤਰੀ ਭੱਜ ਗਏ। ਪੰਜਾਬ ਦੇ ਵਿੱਚ ਟੀਕਾ ਖਤਮ ਹੋਣ ਦੇ ਕੰਢੇ ਤੇ ਹੈ, ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਟੀਕਾ ਨਹੀਂ ਭੇਜਿਆ। ਪੰਜਾਬ ਦੇ ਵਿੱਚ ਵਿਆਹ ਸਮਾਗਮਾਂ ਤੇ ਜ਼ਬਰਦਸਤ ਛਾਪੇਮਾਰੀ ਹੋ ਰਹੀ ਹੈ। 20 ਤੋਂ ਵੱਧ ਇਕੱਠ ਕਰਨ ਵਾਲਿਆਂ ਖਿਲਾਫ ਧੜਾਧੜ ਪਰਚੇ ਦਰਜ ਹੋ ਰਹੇ ਨੇ। ਕੈਪਟਨ ਨੇ ਨਵੀਂ ਨੀਤੀ ਲੈ ਆਂਦੀ ਹੈ। ਨਸ਼ਾ ਵੇਚਣ ਵਾਲਿਆਂ ਦੀ ਇਤਲਾਹ ਦੇਣ ਵਾਲਿਆਂ ਨੂੰ ਹੁਣ ਇਨਾਮ ਮਿਲਣਗੇ। ਪਾਕਿਸਤਾਨ ਤੋਂ ਪਰਤੇ ਸ਼ਰਧਾਲੂਆਂ ਦੇ ਵਿੱਚੋਂ ਕਈ ਕਰੋਨਾ ਪੋਜ਼ਿਟਿਵ ਆਏ ਨੇ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਰੇ ਯਾਤਰੀਆਂ ਦਾ ਇਲਾਜ ਕਮੇਟੀ ਵੱਲੋਂ ਕਰਨ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਵਿੱਚ ਬਾਜ਼ਾਰ ਸ਼ਾਮ ਨੂੰ 6 ਵਜੇ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਚੰਡੀਗੜ੍ਹ ਦੇ ਵਿੱਚ ਨਾਈਟ ਕਰਫਿਊ ਹੁਣ ਰਾਤ 8 ਵਜੇ ਦੀ ਬਜਾਏ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ। ਸਰਵਉੱਚ ਅਦਾਲਤ ਨੇ ਕੋਵਿਡ ਪ੍ਰਬੰਧਨ ਬਾਰੇ ਕੇਂਦਰ ਤੋਂ ਜਵਾਬ ਤਲਬ ਕੀਤਾ ਹੈ। ਦੇਸ਼ ਭਰ ਵਿੱਚ ਆਕਸੀਜਨ ਤੇ ਕਰੋਨਾ ਰੋਕੂ ਟੀਕਿਆਂ ਦੀ ਘਾਟ ਤੇ ਆਪ ਹੀ ਨੋਟਿਸ ਲਿਆ ਹੈ। ਕਲਕੱਤਾ ਹਾਈ ਕੋਰਟ ਨੇ ਕੋਵਿਡ ਨਿਯਮਾਂ ਦੀ ਅਣਦੇਖੀ ਕਰਨ ਤੇ ਚੋਣ ਕਮਿਸ਼ਨ ਦੀ ਚੰਗੀ ਝਾੜ ਝੰਪ ਕੀਤੀ ਹੈ। ਸੁੱਚਾ ਸਿੰਘ ਲੰਗਾ ਨੂੰ ਸੰਭਾਵਿਤ ਮਾਫੀ ਦਾ ਅੰਮ੍ਰਿਤਸਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਿਰੋਧ ਹੋਇਆ। ਦਿੱਲੀ ਮੋਰਚਿਆਂ ਦੇ ਵਿੱਚ ਕਿਸਾਨਾਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ 'ਚ ਵਧਣ ਲੱਗੀ ਹੈ। ਸਿੰਘੂ ਬਾਰਡਰ ਤੇ ਬੈਠੇ 1133 ਕਿਸਾਨਾਂ ਨੇ ਕਰੋਨਾ ਦਾ ਟੀਕਾ ਲਗਵਾ ਲਿਆ, ਪਰ ਟਿੱਕਰੀ ਬਾਰਡਰ ਤੇ ਕਿਸੇ ਕਿਸਾਨ ਨੇ ਟੀਕਾ ਨਹੀਂ ਲਵਾਇਆ। ਕਹਿੰਦੇ ਸਥਾਨਕ ਪ੍ਰਸ਼ਾਸਨ ਤੇ ਸਾਨੂੰ ਵਿਸ਼ਵਾਸ ਨਹੀਂ ਹੈ। ਪੰਜਾਬ ਤੋਂ ਡਾਕਟਰ ਅਸੀਂ ਆਪੇ ਮੰਗਵਾ ਲਵਾਂਗੇ। ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਦਾਖਲੇ ਸੰਬੰਧੀ ਟ੍ਰਾਂਸਫਰ ਸਰਟੀਫਿਕੇਟ ਦੀ ਸ਼ਰਤ ਖਤਮ ਕਰ ਦਿੱਤੀ ਹੈ। ਅਮਰੀਕਾ ਦੇ ਵਿੱਚ ਸਿੱਖਾਂ ਖਿਲਾਫ ਨਸਲੀ ਹਮਲੇ ਵਧਣ ਤੇ ਮਨੀਸ਼ ਤਿਵਾੜੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ। ਸੂਬਾ ਸਰਕਾਰਾਂ ਆਪਣੇ ਖੇਤਰ ਦੇ ਵਿੱਚ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ, ਇਹ ਕਿਹਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਆਕਸੀਜਨ ਲਿਜਾ ਰਹੇ ਵਾਹਨਾਂ ਦੀ ਬੇਰੋਕ ਸਪਲਾਈ ਜਾਰੀ ਰੱਖਣ ਦੇ ਲਈ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਜ਼ਿੰਮੇਵਾਰ ਹੋਣਗੇ। ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਧਰਮ ਜਾਤ ਦੀ ਔਰਤ ਦੀ ਡਿਲੀਵਰੀ ਤੇ ਦਵਾਈ ਮੁਫਤ ਕੀਤੀ ਜਾਵੇਗੀ। ਔਰਤ ਦੇ ਘਰ ਬੱਚੀ ਪੈਦਾ ਹੋਵੇ ਤਾਂ ਉਸ ਨੂੰ 1100 ਰੁਪਏ ਸ਼ਗਨ ਦਿੱਤਾ ਜਾਏਗਾ। 25 ਅਪ੍ਰੈਲ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨਹੀਂ ਹੋਣਗੀਆਂ, ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਲਖਨਊ ਦੇ 2 ਵੱਡੇ ਹਸਪਤਾਲਾਂ ਨੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਹੱਥ ਖੜੇ ਕਰ ਦਿੱਤੇ ਨੇ। ਲਖਨਊ ਚੰਡੀਗੜ੍ਹ ਸੁਪਰਫਾਸਟ ਖੁੱਲੇ ਫਾਟਕ ਤੇ ਵਾਹਨਾਂ ਨਾਲ ਟਕਰਾਈ 5 ਲੋਕਾਂ ਦੀ ਮੌਤ ਹੋ ਗਈ। ਸੀਤਾਰਾਮ ਯੇਚੁਰੀ ਦੇ 34 ਸਾਲਾ ਪੁੱਤਰ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। 18 ਸਾਲ ਤੋਂ ਵੱਧ ਉਮਰ ਦੇ ਲੋਕ ਸ਼ਨੀਵਾਰ ਤੋਂ ਰਜਿਸਟ੍ਰੇਸ਼ਨ ਕਰਵਾ ਸਕਣਗੇ। ਵੈਕਸੀਨ ਨਵੇਂ ਕਰੋਨਾ ਵੇਰੀਐਂਟ ਤੇ ਵੀ ਕਾਰਗਰ ਹੈ, ICMR ਨੇ ਕਹਿ ਦਿੱਤਾ। ਦਿੱਲੀ ਹਾਈ ਕੋਰਟ ਨੇ ਨਿੱਜਤਾ ਨੀਤੀ ਦੀ ਜਾਂਚ ਤੇ ਫੇਸਬੁੱਕ ਤੇ WhatsApp ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ। ਆਸਟ੍ਰੇਲੀਆ ਨੇ ਬੈਲਟ ਐਂਡ ਰੋਡ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਤਾਂ ਚੀਨ ਨੇ ਧਮਕੀ ਦੇ ਦਿੱਤੀ ਹੈ। ਅਮਰੀਕੀ ਪੈਨਲ ਨੇ ਭਾਰਤ ਵਿੱਚ ਧਾਰਮਿਕ ਆਜ਼ਾਦੀ ਤੇ ਕੜੀ ਟਿੱਪਣੀ ਕਰਕੇ ਇੱਕ ਵੱਡੀ ਮੰਗ ਰੱਖੀ ਹੈ। ਪਾਕਿਸਤਾਨ ਦੇ ਇੱਕ ਹੋਟਲ ਦੀ ਪਾਰਕਿੰਗ ਵਿੱਚ ਬੰਬ ਧਮਾਕਾ ਹੋਇਆ, 4 ਮੌਤਾਂ ਹੋ ਗਈਆਂ ਨੇ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਤੇ ਸਭ ਤੋਂ ਪਹਿਲਾਂ ਕਰੋਨਾ ਨਾਲ ਜੁੜੀਆਂ ਅਹਿਮ ਅਪਡੇਟਸ।
ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਕਰੋਨਾ ਦੀਆਂ ਅਹਿਮ ਅਪਡੇਟਸ ਤੇ ਇੱਕ ਨਜ਼ਰ ਜ਼ਰੂਰ ਮਾਰ ਲੈਂਦੇ ਹਾਂ। ਹਰਿਆਣਾ ਦੇ ਵਿੱਚ ਸ਼ਾਮ ਨੂੰ 6 ਵਜੇ ਰੋਜ਼ਾਨਾ ਦੁਕਾਨਾਂ ਬੰਦ ਹੋ ਜਾਇਆ ਕਰਨਗੀਆਂ ਤੇ ਇਹ ਨਵੇਂ ਨਿਯਮ ਨੇ ਜਿਹੜੇ ਉਹ 22 ਨਹੀਂ ਬਲਕਿ 23 ਅਪ੍ਰੈਲ ਤੋਂ ਲਾਗੂ ਹੋਣਗੇ। ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਵੀ ਕਿਹਾ ਕਿ ਕੋਈ ਵੀ ਸਮਾਗਮ ਕਰਵਾਉਣ ਤੋਂ ਪਹਿਲਾਂ ਸੰਬੰਧਿਤ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਹੋਵੇਗੀ। ਜ਼ਰੂਰੀ ਵਸਤੂਆਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਸ਼ਾਮ ਨੂੰ 6 ਵਜੇ ਬੰਦ ਹੋ ਜਾਇਆ ਕਰਨਗੀਆਂ 23 ਅਪ੍ਰੈਲ ਤੋਂ। दूसरी खबर सिटी ब्यूटीफुल चंडीगढ़ के नाल जुड़ी हुई है। रात के करफ्यू का समा बदल दिता गया। हुण रात का करफ्यू 10 वजे तो लैके सवेरे 5 वजे तक होएगा। 22 अप्रैल तो नवे हुक्म लागू होणगे। वीकेंड लॉकडाउन बारे भी चंडीगढ़ प्रशासन शुक्रवार नूं रिव्यू बैठक करेगा, यानी कि 23 अप्रैल ਨੂੰ बैठक ਹੋਵੇਗੀ। ਉਸ ਤੋਂ ਬਾਅਦ ਜਿਹੜਾ ਲੋਕਡਾਊਨ ਦੇ ਉੱਤੇ ਚਰਚਾ ਕੀਤੀ ਜਾਏਗੀ। ਇਹ ਵੀ ਚਰਚਾ ਚੱਲ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਪੂਰੇ 1 ਹਫ਼ਤੇ ਦਾ ਲੋਕਡਾਊਨ ਲੱਗ ਸਕਦਾ ਹੈ। ਨਾਈਟ ਕਰਫਿਊ ਪਹਿਲਾਂ ਚੰਡੀਗੜ੍ਹ ਦੇ ਵਿੱਚ ਰਾਤ ਨੂੰ 8 ਵਜੇ ਸ਼ੁਰੂ ਹੋ ਜਾਂਦਾ ਸੀ, ਹੁਣ 10 ਵਜੇ ਸ਼ੁਰੂ ਹੋਏਗਾ। कोरोना के हालात विगड़न के कारण अमरनाथ श्राइन बोर्ड के वलों यात्रियों की रजिस्ट्री बंद कर दी गई है, यानी कि अमरनाथ की यात्रा हाल की घड़ी बंद कर दी गई है। जिवें ही हालात सुधरनगे यात्रा नूं मुड़ तो खोल दिता जाएगा। पंजाब के मुख सकत्तर विनी महाजन ने सारे हस्पतालों दे विच गैर जरूरी ऑपरेशन तुरंत बंद करने के हुक्म जारी किए ने। इस दे नाल ही उन्होंने कोविड की दूसरी लहर नूं प्रभावी ढंग दे नाल नजिठण दे लई प्राइवेट हस्पतालों दे विच कोविड मरीजों के लिए 75% बैड राखवें करने के लिए हुक्म जारी किए ने। सो मुख सकत्तर ने कहा कि गैर जरूरी ऑपरेशन तुरंत बंद किए जान। हालांकि जे आपां एक ठंडे दिमाग नाल सोचीए तो ऑपरेशन हमेशा ही जरूरी हुंदा है। गैर जरूरी ऑपरेशन शायद कदे भी कोई भी नहीं करवाउंदा। सो जिन्हां दे ऑपरेशन होने सी वो जरूर ये खबर सुन के सोचते तो होणगे कि गैर जरूरी ऑपरेशन हुंदा किहड़ा है। फिलहाल ये जिहड़ा हुक्म दिता गया है कि 75% बैड ने जिहड़े सिर्फ ते सिर्फ कोरोना मरीजों लई राखवें रखे जाण ते पंजाब दे विच हालात ने जिहड़े वो जमीनी बिल्कुल यही बने हुए ने कि हस्पतालों दे विच बाकी सारियां OPDs ने जिहड़ियां वो बंद कर दित्तियां गईयां ने। सिर्फ कोरोना दे मरीजों का ही इलाज हो रहा है। ते ये भी बहुत ही दुखदाई सच है कि पंजाब ही नहीं पूरे देश दे विच प्राइवेट हस्पतालों दे वल्लों एक वड्डा वपार चलाया जा रहा है। पंजाब दे विच अजिहे हस्पताल भी हन। सानू खुद उथों दे डॉक्टरां ने जानकारी दित्ती है जिथे एक दिन की बैड की कीमत 28 हज़ार रुपये लई जा रही है, जिथे एक टीके की कीमत 8,000 रुपये वसूली जा रही है। ते डॉक्टर रब दा रूप नहीं बल्कि ये डॉक्टर लुटेरे ही कहे जा सकते हैं जिहड़े अजिहे हालातां दे विच लोकां नूं लुटदे ने। पंजाब दे सेहत मंत्री बलवीर सिंह सिद्धू ने कहा कि असीं केंद्र सरकार नूं वैक्सीन मुहैया करवाउण लई लगातार लिख रहे हैं। तो भी जानकारी मिल रही है कि पंजाब सरकार दे कोल 22 अप्रैल तक दी ही टीके की डोज बची सी ते हाले तक केंद्र सरकार दे वल्लों टीके की खेप नहीं पहुंची है। सिद्धू ने इल्जाम लाया कि केंद्र सरकार पंजाब दे नाल वितकरे वाला वतीरा जिहड़ा वो कर रही है, ये सानू महसूस हो रहा है। वो कहते हैं कि सेहत के मामले च अजिहा नहीं होना चाहिए, सारे सूबे नाल इक्को जिहा व्यवहार होना चाहिए। बलवीर सिद्धू ने कहा कि हालांकि मोदी सरकार ने सानू भरोसा जरूर दिता है कि असीं 4 लाख डोज पंजाब नूं भेजांगे, हालांकि असीं मंगी 15 लाख है। पहला भी सेहत मंत्री ने कहा सी कि असीं पहला भी 15 लाख मंगी सी पर सानू 4 लाख मिली सी जिहड़ी कि हुण खत्म हो चुकी है। इस दरम्यान पंजाब के मुख्यमंत्री कैप्टन अमरिंदर सिंह ने बच्चों नूं खास सुनेहा दिता है। ट्विटर अकाउंट राही कैप्टन अमरिंदर सिंह ने पंजाब के लोगों के नाल बच्चों नूं मैसेज भेजा है कि मापे ने जिहड़े वो कोरोना काल दे विच बच्चों की सही देखभाल करन ते बच्चे भी घरों बाहर ना निकलन, ये उन्हां दी जिम्मेवारी बनदी है। पाकिस्तान गई सिख संगत के जथे जिवें ही वापस आने शुरू हुए 22 अप्रैल नूं तां उन्हां दी बॉर्डर के उत्ते ही कोविड की जांच की गई। खबर मिलन तक 816 श्रद्धालुओं के विचों 100 श्रद्धालु पॉजिटिव पाए गए ने, जिन्हां दी कोरोना रिपोर्ट पॉजिटिव आई है। 818 श्रद्धालु कुल गए सी, जिन्हां विचों 2 नूं एमरजेंसी हालातां करके वापस आउणा पिया सी ते 816 श्रद्धालुओं की जांच है जिहड़ी वो सारियां दी बॉर्डर के उत्ते कीती जानी है। ते इन्हां दे कोरोना पॉजिटिव आउण तों बाद
ਸ਼ਾਇਦ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੇ ਵੀ ਸ਼ਰਧਾਲੂ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ ਉਹਨਾਂ ਦਾ ਇਲਾਜ SGPC ਕਰਵਾਵੇਗੀ। ਜਗੀਰ ਕੌਰ ਨੇ ਕਿਹਾ ਕਿ ਜਿੰਨੇ ਵੀ ਸ਼ਰਧਾਲੂ ਪੋਜ਼ਿਟਿਵ ਆਉਣਗੇ ਉਹਨਾਂ ਦਾ ਸਾਰਾ ਜਿਹੜਾ ਇਲਾਜ ਦਾ ਖਰਚਾ ਜਾਂ ਫਿਰ ਜੋ ਵੀ ਟ੍ਰੀਟਮੈਂਟ ਹੋਏਗਾ ਉਹ ਸਾਰਾ SGPC ਦੇ ਵੱਲੋਂ ਕੀਤਾ ਜਾਏਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਸ਼ਰਧਾਲੂ ਕੋਰੋਨਾ ਪੋਜ਼ਿਟਿਵ ਆਏ ਨੇ ਉਹ ਆਪਣੇ ਆਪ ਨੂੰ ਇਕਾਂਤਵਾਸ ਜ਼ਰੂਰ ਕਰਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਅਮਰੀਕਾ, ਬਰਤਾਨੀਆ ਤੇ ਪਾਕਿਸਤਾਨ ਤੋਂ ਬਾਅਦ ਹੁਣ ਓਮਾਨ ਨੇ ਵੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਐਂਟਰੀ ਤੇ ਰੋਕ ਲਾ ਦਿੱਤੀ ਹੈ। ਯਾਨੀ ਕਿ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਹੁਣ ਕੋਈ ਵੀ ਓਮਾਨ ਨਹੀਂ ਜਾ ਸਕਦਾ। ਸਰਕਾਰੀ ਬਿਆਨ ਦੇ ਮੁਤਾਬਿਕ ਇਹ ਰੋਕ ਹੈ ਜਿਹੜੀ ਉਹਨਾਂ ਯਾਤਰੀਆਂ ਤੇ ਵੀ ਲਾਗੂ ਹੋਵੇਗੀ ਜਿਨ੍ਹਾਂ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਇਹਨਾਂ 3 ਦੇਸ਼ਾਂ ਵਿੱਚੋਂ ਫਲਾਈਟ ਹੈ ਜਿਹੜੀ ਉਹਦਾ ਟ੍ਰਾਂਜੀਸ਼ਨ ਕੀਤਾ ਹੋਵੇ, ਯਾਨੀ ਕਿ ਹਾਲਟ ਜਿਹੜਾ ਇੱਥੇ ਹੋਇਆ ਹੋਵੇ ਭਾਰਤ ਵਿੱਚ, ਪਾਕਿਸਤਾਨ ਵਿੱਚ ਜਾਂ ਬੰਗਲਾਦੇਸ਼ ਦੇ ਵਿੱਚ। ਤੇ ਇਹ ਜਿਹੜੀ ਰੋਕ ਹੈਗੀ ਹੈ 24 ਅਪ੍ਰੈਲ ਤੋਂ ਲਾਗੂ ਹੋ ਜਾਏਗੀ। ਦੇਸ਼ ਨੇ ਇਸ ਰੋਕ ਤੋਂ ਉਹਨਾਂ ਨੂੰ ਛੂਟ ਦਿੱਤੀ ਹੈ ਜਿਹੜੇ ਕਿ ਓਮਾਨੀ ਨਾਗਰਿਕ ਨੇ ਜਾਂ ਫਿਰ ਓਮਾਨ ਦੇ ਸਿਆਸਤਦਾਨ ਹੈਗੇ ਨੇ ਜਾਂ ਫਿਰ ਪ੍ਰਸ਼ਾਸਨਿਕ ਕੰਮਾਂ ਦੇ ਨਾਲ ਜੁੜੇ ਹੋਏ ਨੇ, ਸਿਹਤ ਕਰਮੀ ਨੇ ਜਾਂ ਫਿਰ ਉਹਨਾਂ ਦੇ ਪਰਿਵਾਰ ਨੇ। ਸਿਰਫ ਉਹ ਲੋਕ ਨੇ ਉਹ ਓਮਾਨ ਜਾ ਸਕਦੇ ਨੇ ਜਿਹੜੇ ਕਿਸੇ ਨਾ ਕਿਸੇ ਕੰਮਾਂ ਕਰਕੇ ਓਮਾਨ ਤੋਂ ਬਾਹਰ ਗਏ ਹੋਏ ਨੇ। ਬਾਕੀ ਪਾਕਿਸਤਾਨ, ਭਾਰਤ ਤੇ ਬੰਗਲਾਦੇਸ਼ ਤੋਂ ਕੋਈ ਨਹੀਂ ਜਾ ਸਕਦਾ। ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਕੋਰੋਨਾ ਦੇ ਹਾਈ ਰਿਸਕ ਦੇਸ਼ਾਂ ਤੋਂ ਹਵਾਈ ਉਡਾਣਾਂ ਦੇ ਵਿੱਚ ਅਸੀਂ ਕਟੌਤੀ ਕਰ ਦਿਆਂਗੇ ਤੇ ਇਹਨਾਂ ਦੇਸ਼ਾਂ ਦੇ ਵਿੱਚ ਭਾਰਤ ਦਾ ਨਾਮ ਵੀ ਸ਼ਾਮਿਲ ਹੈ। ਕੈਨਬਰਾ ਦੇ ਵਿੱਚ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਸਰੇ ਦੇਸ਼ਾਂ ਤੋਂ ਆਉਣ ਵਾਲੀਆਂ ਚਾਰਟਰਡ ਉਡਾਣਾਂ ਦੇ ਵਿੱਚ 30% ਦੀ ਕਟੌਤੀ ਕੀਤੀ ਜਾਏਗੀ। ਇਸ ਤੋਂ ਇਲਾਵਾ ਹਾਈ ਰਿਸਕ ਦੇਸ਼ਾਂ ਦੀ ਸੂਚੀ ਬਣਾਈ ਜਾ ਰਹੀ ਹੈ ਜਿਸ ਦੇ ਆਧਾਰ ਤੇ ਜਲਦੀ ਹੀ ਹੋਰ ਐਲਾਨ ਕੀਤੇ ਜਾਣਗੇ। ਆਸਟ੍ਰੇਲੀਆ ਦੇ ਵੱਲੋਂ ਕੋਰੋਨਾ ਪੀੜਤ ਦੇਸ਼ਾਂ ਵਿੱਚ ਆਪਣੇ ਨਾਗਰਿਕਾਂ ਨੂੰ ਭੇਜਣ ਲਈ ਵੀ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋ ਇਹੋ ਜਿਹੇ ਮੁਲਕ ਨੇ ਜਿਨ੍ਹਾਂ ਨੇ ਕੋਰੋਨਾ ਕਾਲ ਦੇ ਵਿੱਚ ਬਹੁਤ ਹੀ ਸਖਤ ਪਾਬੰਦੀਆਂ ਲਾ ਕੇ ਰੱਖੀਆਂ ਨੇ, ਖਾਸ ਕਰਕੇ ਹਵਾਈ ਯਾਤਰਾ ਦੇ ਉੱਤੇ। ਆਸਟ੍ਰੇਲੀਆ ਨੇ ਹੁਣ ਜਿਹੜੇ ਸਟੂਡੈਂਟ ਹੈਗੇ ਨੇ, ਜਿਨ੍ਹਾਂ ਵਿਦਿਆਰਥੀਆਂ ਨੇ ਦਾਖਲਾ ਲਿਆ ਹੋਇਆ ਸੀ ਆਸਟ੍ਰੇਲੀਆ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ, ਉਹਨਾਂ ਨੂੰ ਉੱਥੇ ਜਾਣ ਦੀ ਆਗਿਆ ਦਿੱਤੀ ਸੀ ਬਹੁਤ ਹੀ ਲਿਮਿਟਿਡ ਤਰੀਕੇ ਦੇ ਨਾਲ। ਤੇ ਹੁਣ ਭਾਰਤ ਦੇ ਵਿੱਚ ਜਦੋਂ ਇੰਨੇ ਕੇਸ ਸਾਹਮਣੇ ਆਉਣ ਦੀਆਂ ਖਬਰਾਂ ਮਿਲ ਰਹੀਆਂ ਨੇ ਤਾਂ ਆਸਟ੍ਰੇਲੀਆ ਇਹਨਾਂ ਪਾਬੰਦੀਆਂ ਨੂੰ ਹੋਰ ਵੀ ਵਧਾਉਣ ਜਾ ਰਿਹਾ ਹੈ ਤੇ ਜਿਹੜੇ ਆਸਟ੍ਰੇਲੀਆ ਦੇ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਭਾਰਤ ਆਉਣ ਤੇ ਪਾਬੰਦੀ ਵੀ ਲਾ ਸਕਦੇ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ। ਅਸਾਮ ਦੇ ਸਿਲਚਰ ਹਵਾਈ ਅੱਡੇ ਤੋਂ ਖਬਰ ਆ ਰਹੀ ਹੈ ਜਿੱਥੇ ਹਵਾਈ ਅੱਡੇ ਤੇ ਪਹੁੰਚੇ 300 ਦੇ ਕਰੀਬ ਯਾਤਰੀਆਂ ਨੇ ਹੰਗਾਮਾ ਕੀਤਾ ਤੇ ਕੋਰੋਨਾ ਟੈਸਟ ਕਰਵਾਏ ਤੋਂ ਬਿਨਾਂ ਹੀ ਉਹ ਹਵਾਈ ਅੱਡੇ ਤੋਂ ਭੱਜ ਗਏ, ਜਿਸ ਕਰਕੇ ਹਵਾਈ ਪ੍ਰਬੰਧਕਾਂ ਦੇ ਵੱਲੋਂ ਇਹਨਾਂ ਸਾਰੇ ਯਾਤਰੀਆਂ ਦੇ ਖਿਲਾਫ ਅਪਰਾਧਿਕ ਕੇਸ ਦਰਜ ਕਰਵਾਏ ਜਾਣ ਦਾ ਬਿਆਨ ਦਿੱਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਸੁਮਿਤ ਸਤਾਵਨ ਨੇ ਕਿਹਾ ਕਿ ਦੇਸ਼ ਭਰ ਵਿੱਚੋਂ 690 ਯਾਤਰੀ ਆਏ ਸੀ ਜਿਨ੍ਹਾਂ ਦਾ ਹਵਾਈ ਅੱਡੇ ਤੇ ਨੇੜਲੇ ਟਿਕੋਲ ਮਾਡਲ ਹਸਪਤਾਲ ਦੇ ਵਿੱਚ ਕੋਰੋਨਾ ਟੈਸਟ ਕਰਵਾਇਆ ਜਾਣਾ ਸੀ, ਪਰ 300 ਯਾਤਰੀਆਂ ਨੇ ਦੋਵਾਂ ਥਾਵਾਂ ਤੇ 500 ਰੁਪਏ ਦੇ ਟੈਸਟ ਦੇ ਉੱਤੇ ਹੰਗਾਮਾ ਕੀਤਾ। ਅਸਾਮ ਸਰਕਾਰ ਨੇ ਹਵਾਈ ਅੱਡੇ ਤੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਜ਼ਰੂਰੀ ਕੀਤਾ ਹੋਇਆ। 690 ਚੋਂ 199 ਦਾ ਟੈਸਟ ਕੀਤਾ ਗਿਆ ਜਿਸ ਵਿੱਚੋਂ 6 ਜਣੇ ਕੋਰੋਨਾ ਪੋਜ਼ਿਟਿਵ ਪਾਏ ਗਏ। ਕਈਆਂ ਦਾ ਟੈਸਟ ਨਹੀਂ ਕੀਤਾ ਗਿਆ ਕਿਉਂਕਿ ਉਹ ਗੁਆਂਢੀ ਸੂਬਿਆਂ ਮਿਜ਼ੋਰਮ, ਮਨੀਪੁਰ ਤੇ ਤ੍ਰਿਪੁਰਾ ਤੋਂ ਸਨ, ਜਦਕਿ 300 ਯਾਤਰੀ ਭੱਜ ਗਏ ਜਿਨ੍ਹਾਂ ਦੇ ਖਿਲਾਫ ਹੁਣ ਪਰਚੇ ਕਰੇਗਾ ਪ੍ਰਸ਼ਾਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਟੀਕਾਕਰਨ ਦੀ ਨਵੀਂ ਨੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਟੀਕਾਕਰਨ ਨੀਤੀ ਨੂੰ ਬਦਲਣ ਤੇ ਦੇਸ਼ ਭਰ ਦੇ ਵਿੱਚ ਕੋਰੋਨਾ ਰੋਕੂ ਟੀਕੇ ਦੀ ਕੀਮਤ ਨੂੰ ਇਕਸਾਰ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੋਸ਼ ਵੀ ਲਾਇਆ ਕਿ ਕੇਂਦਰ ਨੇ 18 ਤੋਂ 45 ਸਾਲ ਦੇ ਵਰਗ ਨੂੰ ਮੁਫਤ ਟੀਕਾ ਲਾਉਣ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ। ਹੈਰਾਨੀ ਜਤਾਈ ਹੈ ਕਿ ਪਿਛਲੇ ਸਾਲ ਦੇ ਤਜਰਬਿਆਂ ਨੂੰ ਭੁੱਲ ਕੇ ਸਰਕਾਰ ਹੁਣ ਮਨਮਾਨੀ ਕਰ ਰਹੀ ਹੈ ਤੇ ਸੂਬਿਆਂ ਦੇ ਨਾਲ ਫਿਰ ਤੋਂ ਵਿਤਕਰਾ ਕਰ ਰਹੀ ਹੈ, ਭੇਦਭਾਵ ਕਰ ਰਹੀ ਹੈ। ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਵਿੱਚ ਕੋਰੋਨਾ ਦੇ ਮਾਮਲੇ ਵਧਣ ਅਤੇ ਮਰੀਜ਼ਾਂ ਨੂੰ ਆਕਸੀਜਨ ਅਤੇ ਦਵਾਈਆਂ ਦੀ ਸਪਲਾਈ ਨਾ ਮਿਲਣ ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਦੇਸ਼ ਭਰ ਦੇ ਵਿੱਚ ਆਕਸੀਜਨ ਤੇ ਕੋਰੋਨਾ ਰੋਕੂ ਟੀਕਿਆਂ ਦੀ ਘਾਟ ਤੇ ਸੁਪਰੀਮ ਕੋਰਟ ਨੇ ਸਿਊ ਮੋਟੋ ਨੋਟਿਸ ਲਿਆ ਹੈ, ਯਾਨੀ ਕਿ ਆਪਣੇ ਆਪ ਹੀ ਨੋਟਿਸ ਲਿਆ ਹੈ ਤੇ ਦੇਸ਼ ਵਿੱਚ ਨੈਸ਼ਨਲ ਐਮਰਜੈਂਸੀ ਵਰਗੇ ਹਾਲਾਤ ਦੱਸੇ ਨੇ। ਸਰਵਉੱਚ ਅਦਾਲਤ ਨੇ ਜ਼ੋਰ ਦਿੱਤਾ ਹੈ ਕਿ ਆਕਸੀਜਨ ਸਪਲਾਈ ਜ਼ਰੂਰੀ ਦਵਾਈਆਂ ਟੀਕਿਆਂ ਦੀ ਸਪਲਾਈ ਲਈ ਦੇਸ਼ ਭਰ ਦੇ ਵਿੱਚ ਕੌਮੀ ਪਾਲਿਸੀ ਬਣਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਕੋਰੋਨਾ ਸਮੱਸਿਆ ਕਾਰਨ 6 ਹਾਈ ਕੋਰਟਾਂ ਵਿੱਚ ਮਾਮਲੇ ਵਿਚਾਰ ਅਧੀਨ ਨੇ ਤੇ ਲੋਕ ਦੁਚਿੱਤੀ ਵਿੱਚ ਫਸੇ ਹੋਏ ਨੇ। ਫਿਲਹਾਲ ਇਸ ਮਾਮਲੇ ਦੀ ਸੁਣਵਾਈ 23 ਅਪ੍ਰੈਲ ਨੂੰ ਮੁੜ ਤੋਂ ਹੋਵੇਗੀ। ਕਲਕੱਤਾ ਹਾਈ ਕੋਰਟ ਨੇ ਕੋਰੋਨਾ ਨਿਯਮਾਂ ਦੀ ਅਣਦੇਖੀ ਕਰਨ ਤੇ ਚੋਣ ਕਮਿਸ਼ਨ ਦੀ ਝਾੜ ਝੰਬ ਕੀਤੀ ਹੈ। ਅਦਾਲਤ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਦਿਸ਼ਾ ਨਿਰਦੇਸ਼ ਤਾਂ ਜਾਰੀ ਕਰ ਦਿੱਤੇ ਨੇ ਪਰ ਇਹਨਾਂ ਤੇ ਅਮਲ ਨਹੀਂ ਕਰਵਾਇਆ, ਜਿਸ ਕਾਰਨ ਕਈ ਥਾਵਾਂ ਦੇ ਉੱਤੇ ਸਿਹਤ ਸੰਬੰਧੀ ਹਾਲਾਤ ਵਿਗੜ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਆਕਸੀਜਨ ਦੀ ਕਮੀ ਤੇ ਕਰੋਨਾ ਸੰਬੰਧੀ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਬੈਠਕ ਕੀਤੀ। ਮੋਦੀ ਨੇ ਆਕਸੀਜਨ ਉਤਪਾਦਨ ਵਧਾਉਣ ਤੇ ਸਪਲਾਈ ਦੇ ਵਿੱਚ ਤੇਜ਼ੀ ਲਿਆਉਣ ਤੇ ਜ਼ੋਰ ਦਿੱਤਾ। ਆਕਸੀਜਨ ਦੀ ਸਪਲਾਈ ਵਧਾਉਣ ਲਈ ਹੋਰ ਵਸੀਲਿਆਂ ਦੀ ਵਰਤੋਂ ਕਰਨ ਲਈ ਵੀ ਕਿਹਾ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਦੇਸ਼ ਭਰ ਦੇ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਮੰਗ ਇੱਕਦਮ ਵੱਧ ਗਈ ਹੈ, ਪਰ ਪਿਛਲੇ ਮਹੀਨਿਆਂ ਦੀ ਥਾਂ ਹੁਣ ਆਕਸੀਜਨ ਦੀ ਕਿਤੇ ਜ਼ਿਆਦਾ ਸਪਲਾਈ ਦਿੱਤੀ ਜਾ ਰਹੀ ਹੈ। ਆਕਸੀਜਨ ਦੇ ਮਸਲੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੂਬਾ ਸਰਕਾਰਾਂ ਨੂੰ ਅਕਲ ਦੀਆਂ ਗੋਲੀਆਂ ਵੰਡੀਆਂ ਨੇ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਅਸੀਂ ਖੁਦ ਰਾਤ ਭਰ ਜਾ ਕੇ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਪੂਰਤੀ ਕਰਵਾਈ ਹੈ ਅਤੇ ਮੌਜੂਦਾ ਸਮਾਂ ਲੜਨ ਦਾ ਨਹੀਂ ਹੈ, ਬਲਕਿ ਮਿਲ ਕੇ ਮਦਦ ਕਰਨ ਦਾ ਹੈ। ਦਰਅਸਲ ਹਰਿਆਣਾ ਅਤੇ ਦਿੱਲੀ ਦੇ ਵਿਚਕਾਰ ਲੜਾਈ ਹੈ ਜਿਹੜੀ ਆਕਸੀਜਨ ਨੂੰ ਲੈ ਕੇ ਸ਼ੁਰੂ ਹੋਈ ਪਈ ਹੈ। ਦਿੱਲੀ ਨੇ ਹਰਿਆਣਾ ਦੇ ਉੱਤੇ ਆਕਸੀਜਨ ਦਾ ਕੈਂਟਰ ਲੁੱਟਣ ਦਾ ਇਲਜ਼ਾਮ ਲਾਇਆ ਤਾਂ ਹਰਿਆਣਾ ਨੇ ਦਿੱਲੀ ਦੇ ਉੱਤੇ ਲਾ ਦਿੱਤਾ। ਇਸੇ ਦਰਮਿਆਨ ਅਰਵਿੰਦ ਕੇਜਰੀਵਾਲ ਨੇ ਇਹ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਤੇ ਆਕਸੀਜਨ ਦੇ ਮੁੱਦੇ ਨੂੰ ਸਨਸਨੀਖੇਜ਼ ਬਣਾਉਣ ਦਾ ਇਲਜ਼ਾਮ ਲਾਇਆ। ਕੇਂਦਰ ਨੇ ਦਿੱਲੀ ਹਾਈ ਕੋਰਟ ਵਿੱਚ ਚੱਲ ਰਹੀ ਇੱਕ ਸੁਣਵਾਈ 'ਚ ਕਿਹਾ ਕਿ ਦਿੱਲੀ ਸਰਕਾਰ ਨੇ ਇਸ ਮਾਮਲੇ ਵਿੱਚ ਕੇਂਦਰੀ ਸਕੱਤਰਾਂ ਨਾਲ ਗੱਲਬਾਤ ਕਿਉਂ ਨਹੀਂ ਕੀਤੀ। ਜਦੋਂ ਦਿੱਲੀ ਸਰਕਾਰ ਨੂੰ ਹਸਪਤਾਲਾਂ ਤੋਂ ਸੂਚਨਾ ਮਿਲੀ ਤਾਂ ਕੇਂਦਰ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਕੇਂਦਰ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਹਸਪਤਾਲਾਂ ਦੀ ਲਿਸਟ ਦੇਣੀ ਚਾਹੀਦੀ ਹੈ। ਦਿੱਲੀ ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਲੋਕਾਂ ਦੀ ਜਾਨ ਖਤਰੇ ਵਿੱਚ ਹੈ। ਜੋ ਪਲਾਂਟ ਦਿੱਲੀ ਨੂੰ ਦਿੱਤੇ ਗਏ ਨੇ ਉਹ 1000 ਕਿਲੋਮੀਟਰ ਦੂਰੀ ਤੇ ਨੇ, ਉਹਨਾਂ ਤੋਂ ਮਦਦ ਪਹੁੰਚਾਉਣ ਦੀ ਜਲਦ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਫਿਰ ਇਸ ਤੋਂ ਬਾਅਦ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਹਸਪਤਾਲਾਂ ਦੀ ਸੂਚੀ ਕੇਂਦਰ ਸਰਕਾਰ ਨੂੰ ਦੇਣ ਲਈ ਕਹਿ ਦਿੱਤਾ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਗੰਭੀਰ ਹਾਲਾਤ ਬਣੇ ਹੋਏ ਨੇ, ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਇਸ ਇਲਜ਼ਾਮ ਤੇ ਮੋਦੀ ਸਰਕਾਰ ਤੋਂ ਜਵਾਬ ਵੀ ਮੰਗਿਆ ਕਿ ਹਰਿਆਣਾ ਵਿੱਚ ਦਿੱਲੀ ਦੀ ਆਕਸੀਜਨ ਕਿਉਂ ਰੋਕੀ ਗਈ। ਦਿੱਲੀ ਸਰਕਾਰ ਨੇ ਕਿਹਾ ਕਿ ਦਿੱਲੀ ਆ ਰਹੇ ਆਕਸੀਜਨ ਟੈਂਕਰ ਨੂੰ ਪਾਣੀਪਤ ਵਿੱਚ ਰੋਕਿਆ ਗਿਆ ਸੀ। ਪੰਜਾਬ ਦੇ ਵਿੱਚ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਉਹਨਾਂ ਦੀ ਸਖਤੀ ਨਾਲ ਪਾਲਣਾ ਜਿਹੜੇ ਲੋਕ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਹੁਣ ਪਰਚੇ ਹੋ ਰਹੇ ਨੇ। ਬਠਿੰਡਾ, ਜਲੰਧਰ, ਮੋਹਾਲੀ ਦੇ ਨਾਲ ਕਈ ਜ਼ਿਲ੍ਹਿਆਂ ਤੋਂ ਅਜਿਹੀਆਂ ਖਬਰਾਂ ਆਈਆਂ ਨੇ ਜਿੱਥੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ। ਬਠਿੰਡਾ ਦੇ ਵਿੱਚ ਇੱਕ ਰੋਕਾ ਪਾਰਟੀ ਚੱਲ ਰਹੀ ਸੀ, ਇੰਗੇਜਮੈਂਟ ਪਾਰਟੀ ਚੱਲ ਰਹੀ ਸੀ, ਜਿਸ ਦੇ ਵਿੱਚ ਕਰੋਨਾ ਮਹਾਮਾਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ। ਮੌਕੇ ਤੇ ਪੁਲਿਸ ਪਾਰਟੀ ਪਹੁੰਚੀ। ਜਦੋਂ ਪਤਾ ਲੱਗਿਆ ਕਿ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਤਾਂ ਲੜਕਾ ਲੜਕੀ ਦੇ ਮਾਤਾ-ਪਿਤਾ, ਸਿਵਲ ਲਾਈਨ ਕਲੱਬ ਦੇ ਮੈਨੇਜਰ, ਪੀਐਨ ਸਮੇਤ 8 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। 8 ਵਿਅਕਤੀਆਂ ਦਾ ਨਾਮ ਦੇ ਨਾਲ ਤੇ 12 ਅਣਪਛਾਤੇ ਵਿਅਕਤੀਆਂ ਦੇ ਖਿਲਾਫ 188, 269, 270 ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਵਿਆਹ ਹੋ ਰਿਹਾ ਸੀ, ਉੱਥੇ ਕਰੋਨਾ ਨਿਯਮਾਂ ਦੀ ਉਲੰਘਣਾ ਦੇਖੀ ਗਈ। ਪੁਲਿਸ ਨੇ ਛਾਪਾ ਮਾਰਿਆ, ਬਰਾਤੀਆਂ ਤੇ ਡੀਜੇ ਵਾਲਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਸੋ ਪੰਜਾਬੀ ਅਜਿਹੇ ਹਾਲਾਤਾਂ ਤੋਂ ਬਚ ਕੇ ਰਹਿਣ। ਜੇ ਸਰਕਾਰ ਨੇ ਕੋਈ ਨਿਯਮ ਬਣਾਇਆ ਹੈ ਵਿਆਹਾਂ ਦੇ ਵਿੱਚ, ਸਰਕਾਰ ਨੇ ਕਿਹਾ ਹੈ ਕਿ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਕਿਸੇ ਵੀ ਪ੍ਰਕਾਰ ਦਾ ਇਕੱਠ ਹੈ ਉਹਦੇ ਵਿੱਚ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਇਸ ਕਰਕੇ ਤੁਸੀਂ 20 ਤੋਂ ਵੱਧ ਇਕੱਠ ਨਾ ਕਰੋ। ਇਹਦੇ ਵਿੱਚ ਸਿਆਣਪ ਹੀ ਹੈ ਤੇ ਲੋਕਾਂ ਦਾ ਖਰਚਾ ਵੀ ਬਚਦਾ ਹੈ। ਕਿਉਂ ਅਸੀਂ ਪੈਸੇ ਨੂੰ ਫਾਲਤੂ ਰੋੜਦੇ ਹਾਂ। ਸੋ ਘਰ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਲਿਜਾ ਕੇ ਤੁਸੀਂ ਵਿਆਹ ਕਰੋ। ਸਾਦੇ ਵਿਆਹ ਨੇ ਜਿਹੜੇ ਉਹਨਾਂ ਦੀ ਮੁੜ ਤੋਂ ਜੇ ਕਿਸੇ ਕਾਰਨ ਕਰਕੇ ਆਪਾਂ ਨੂੰ ਆਦਤ ਪੈ ਰਹੀ ਹੈ ਤਾਂ ਇਹ ਆਦਤ ਚੰਗੀ ਹੈ, ਪਾਲਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲਿਆਂ ਲਈ ਇਨਾਮ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਯਾਨੀ ਕਿ ਜਿਹੜਾ ਵੀ ਨਸ਼ਾ ਵੇਚਣ ਵਾਲਿਆਂ ਦੀ ਸੂਹ ਦੇਵੇਗਾ, ਪੁਲਿਸ ਨੂੰ ਜਾਣਕਾਰੀ ਦੇਵੇਗਾ, ਉਸ ਨੂੰ ਨਗਦ ਇਨਾਮ ਦਿੱਤੇ ਜਾਣਗੇ। ਇਨਾਮ ਦਾ ਫੈਸਲਾ ਸਫਲ ਤਫਤੀਸ਼, ਮੁਕੱਦਮਾ ਚਲਾਉਣ ਤੇ ਗੈਰ ਕਾਨੂੰਨੀ ਤੌਰ ਤੇ ਬਣਾਈ ਗਈ ਸੰਪत्ति ਜ਼ਬਤ ਕਰਨ ਦੇ ਸੰਬੰਧ ਵਿੱਚ ਕੇਸ ਦਰ ਕੇਸ ਦੇ ਆਧਾਰ ਤੇ ਲਿਆ ਜਾਏਗਾ। ਇਨਾਮ ਦੀ ਰਾਸ਼ੀ ਪ੍ਰਤੀ ਕਿਲੋਗ੍ਰਾਮ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 ਦੀਆਂ ਧਾਰਾਵਾਂ ਦੇ ਤਹਿਤ ਜ਼ਬਤ ਕੀਤੇ ਪਦਾਰਥਾਂ ਦੇ ਮੁਤਾਬਿਕ ਹੋਵੇਗੀ। ਅਫੀਮ ਦੇ ਮਾਮਲੇ ਵਿੱਚ 6000 ਰੁਪਏ, ਮਾਰਫਿਨ ਬੇਸ ਤੇ ਇਸ ਦੇ ਸਾਲਟ ਲਈ 20000 ਰੁਪਏ, ਹੈਰੋਇਨ ਤੇ ਇਸ ਦੇ ਸਾਲਟ ਲਈ 1,20,000 ਰੁਪਏ, ਕੋਕੀਨ ਤੇ ਇਸ ਦੇ ਸਾਲਟ ਲਈ 2,40,000 ਰੁਪਏ ਦਾ ਇਨਾਮ ਤੇ ਹਸ਼ੀਸ਼ ਲਈ 2000 ਰੁਪਏ ਦਾ, ਹਸ਼ੀਸ਼ ਤੇਲ ਲਈ 10,000 ਤੇ ਗਾਂਜੇ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ 600 ਰੁਪਏ ਦਾ ਨਗਦ ਇਨਾਮ ਦਿੱਤਾ ਜਾਏਗਾ।
ਪੰਥ ਚੋਂ ਛੇਕੇ ਸੁੱਚਾ ਸਿੰਘ ਲੰਗਾ ਨੂੰ ਸੰਭਾਵਿਤ ਮਾਫੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਮੁੜ ਇਸ ਨੂੰ ਪੰਥ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਤਹਿਤ ਅੰਮ੍ਰਿਤਸਰ ਦੇ ਵਿੱਚ ਕੁਝ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੇੜੇ ਇਕੱਠੇ ਹੋ ਕੇ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਮੰਗ ਪੱਤਰ ਵੀ ਸੌਂਪਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਸੰਗਤ ਗੁਰਦਾਸਪੁਰ ਜ਼ਿਲ੍ਹੇ ਤੋਂ ਆ ਕੇ ਪ੍ਰਦਰਸ਼ਨ ਕਰ ਰਹੀ ਹੈ ਤੇ ਇਹ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਸੁੱਚਾ ਸਿੰਘ ਲੰਗਾ ਨੂੰ ਪੰਥ ਦੇ ਵਿੱਚ ਮੁੜ ਤੋਂ ਸ਼ਾਮਿਲ ਕੀਤਾ ਜਾ ਸਕਦਾ ਹੈ ਜਾਂ ਸੁੱਚਾ ਸਿੰਘ ਲੰਗਾ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਲਈ। ਇਸ ਕਰਕੇ ਰੋਜ਼ਾਨਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਨਤਮਸਤਕ ਹੋ ਰਿਹਾ ਹੈ ਵਿਅਕਤੀ ਅਤੇ ਰੋਜ਼ਾਨਾ ਉੱਥੇ ਕੁਝ ਸਮਾਂ ਵੀ ਬਿਤਾਉਂਦਾ ਹੈ ਤਾਂ ਕਿ ਇਹ ਅੰਦਾਜ਼ੇ ਲਾਏ ਜਾ ਰਹੇ ਨੇ, ਚਰਚਾ ਹੋ ਰਹੀ ਹੈ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਜੇ ਪੰਥ 'ਚ ਵਾਪਸੀ ਹੋ ਗਈ ਤਾਂ ਅਕਾਲੀ ਦਲ ਵੀ ਸ਼ਾਇਦ ਪਾਰਟੀ ਵਿੱਚ ਸ਼ਾਮਲ ਕਰ ਲਵੇਗਾ, ਪਰ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਸਿੱਖ ਸੰਗਤ ਦਾ ਕਹਿਣਾ ਹੈ ਕਿ ਸੁੱਚਾ ਸਿੰਘ ਲੰਗਾ ਦਾ ਜਿਹੜਾ ਦੋਸ਼ ਹੈ ਉਹ ਮਾਫੀ ਯੋਗ ਨਹੀਂ ਹੈ। ਸੁੱਚਾ ਸਿੰਘ ਲੰਗਾ ਦਾ ਦੋਸ਼ ਕੀ ਹੈ ਇਹ ਸ਼ਾਇਦ ਹੁਣ ਦੱਸਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਭ ਨੂੰ ਪਤਾ ਹੋਣਾ ਕਿ ਅਸ਼ਲੀਲ ਮਾਮਲੇ ਦੇ ਵਿੱਚ ਫਸੇ ਹੋਣ ਕਰਕੇ ਸੁੱਚਾ ਸਿੰਘ ਲੰਗਾ ਨੂੰ ਪੰਥ ਵਿੱਚੋਂ ਛੇਕਿਆ ਗਿਆ ਸੀ। ਬਾਈਬਲ ਕਲਾਂ ਗੋਲੀकांड ਦੇ ਵਿੱਚ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਤੇ ਲਗਾਤਾਰ ਸਵਾਲ ਉੱਠ ਰਹੇ ਨੇ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਉਸ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਲੀਡਰ ਨੇ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਾਏ ਨੇ ਕਿ ਕੈਪਟਨ ਅਤੁਲ ਨੰਦਾ ਨੂੰ ਬਚਾਉਣ ਦੀ ਖਾਤਰ ਇੱਕ ਇਮਾਨਦਾਰ ਪੁਲਿਸ ਅਫਸਰ ਨੂੰ ਟੰਗ ਰਹੇ ਨੇ। ਅਤੁਲ ਨੰਦਾ ਨੂੰ ਬਚਾਉਣ ਦੀ ਖਾਤਰ ਹੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫਾ ਕੈਪਟਨ ਨੇ ਮਨਜ਼ੂਰ ਕੀਤਾ। ਚੀਮਾ ਨੇ ਸਵਾਲ ਕੀਤਾ ਕਿ ਜਿਸ ਐਡਵੋਕੇਟ ਨੇ ਅਦਾਲਤ ਦੇ ਵਿੱਚ ਇਸ ਕੇਸ ਨੂੰ ਕਮਜ਼ੋਰ ਕਰ ਦਿੱਤਾ ਉਸ ਦੀ ਕੈਪਟਨ ਅਮਰਿੰਦਰ ਸਿੰਘ ਆਖਿਰਕਾਰ ਪੈਰਵਾਈ ਕਿਉਂ ਕਰ ਰਹੇ ਨੇ। ਚੀਮਾ ਨੇ ਕਿਹਾ ਕਿ ਇੱਕ ਇਮਾਨਦਾਰ ਤੇ ਕਾਬਲ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਪਤਾ ਚੱਲਦਾ ਹੈ ਕਿ ਕੈਪਟਨ ਸਰਕਾਰ ਵਿੱਚ ਇਮਾਨਦਾਰ ਅਧਿਕਾਰੀ ਦੇ ਲਈ ਕੋਈ ਥਾਂ ਹੀ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਹਨਾਂ ਇਲਜ਼ਾਮ ਲਾਇਆ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਕੈਪਟਨ ਤੇ ਬਾਦਲ ਆਪਸ ਵਿੱਚ ਮਿਲੇ ਹੋਏ ਨੇ। ਦੋਵਾਂ ਨੇ ਰਲ ਕੇ ਜਾਂਚ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਂਚ ਕਰਨ ਵਾਲੇ ਅਧਿਕਾਰੀ ਨੂੰ ਡਰਾਇਆ ਤੇ ਧਮਕਾਇਆ ਗਿਆ ਤਾਂ ਜੋ ਜਾਂਚ ਟੀਮ ਤੋਂ ਉਹ ਵੱਖਰਾ ਹੋ ਜਾਵੇ। ਜਾਣਬੁੱਝ ਕੇ ਕੈਪਟਨ ਨੇ ਅਤੁਲ ਨੰਦਾ ਦੇ ਰਾਹੀਂ ਇਸ ਕੇਸ ਨੂੰ ਕਮਜ਼ੋਰ ਕਰਵਾਇਆ ਤਾਂ ਕਿ ਜਾਂਚ ਕਮੇਟੀ ਦੀ ਰਿਪੋਰਟ ਖਾਰਜ ਹੋਵੇ ਤੇ ਬਾਦਲ ਪਰਿਵਾਰ ਬਰੀ ਹੋ ਜਾਵੇ ਤੇ ਅਜਿਹਾ ਹੀ ਹੋਇਆ ਹੈ। ਇਸੇ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਵੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਲਜ਼ਾਮਾਂ ਦੇ ਲਪੇਟੇ ਵਿੱਚ ਆ ਗਏ ਨੇ ਤੇ ਹੁਣ ਫੂਲਕਾ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਫੋਨ ਕਰਕੇ ਚੰਡੀਗੜ੍ਹ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਤੇ ਮੁਲਜ਼ਮ ਧਿਰ ਨਾਲ ਮਿਲਣ ਸੰਬੰਧੀ ਲਾਏ ਦੋਸ਼ ਵਾਪਸ ਲੈਣ ਦੀ ਮੰਗ ਕੀਤੀ ਹੈ, ਅਪੀਲ ਕੀਤੀ ਹੈ। ਫੂਲਕਾ ਨੇ ਕਿਹਾ ਕਿ ਮੁਲਜ਼ਮ ਧਿਰ ਬਹੁਤ ਤਾਕਤਵਰ ਹੈ ਤੇ ਮੌਜੂਦਾ ਸਰਕਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਸਾਨੂੰ ਆਪਸ ਵਿੱਚ ਲੜਨ ਦੀ ਥਾਂ ਰਲ ਮਿਲ ਕੇ ਕੇਸ ਜਿੱਤਣਾ ਚਾਹੀਦਾ। ਜਦਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿ ਚੁੱਕੇ ਨੇ ਕਿ ਜਦੋਂ ਲੋੜ ਸੀ ਉਦੋਂ ਫੂਲਕਾ ਜੀ ਨੇ ਮਦਦ ਨਹੀਂ ਕੀਤੀ, ਇਹ ਕਹਿ ਕੇ ਕਿ ਮੈਂ ਸੁਪਰੀਮ ਕੋਰਟ ਦੇ ਥੱਲੇ ਕੇਸ ਨਹੀਂ ਲੜ ਸਕਦਾ। ਪਰ ਜੇ ਅਜਿਹਾ ਸੱਚਮੁੱਚ ਕਿਹਾ ਹੈ ਫੂਲਕਾ ਜੀ ਨੇ ਤਾਂ ਬਹੁਤ ਹੀ ਸ਼ਰਮਨਾਕ ਹੈ, ਕਿਉਂਕਿ ਇੱਕ ਸਿੱਖ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਸੁਪਰੀਮ ਕੋਰਟ ਤੋਂ ਹਾਈ ਕੋਰਟ ਤੱਕ ਹੀ ਕਿਤੇ ਵੀ ਜਾਣਾ ਪਵੇ ਤਾਂ ਸ਼ਾਇਦ ਉਹ ਜਾਵੇਗਾ, ਪਰ ਫੂਲਕਾ ਜੀ ਨੇ ਇਸ ਲਈ ਜਵਾਬ ਦੇ ਦਿੱਤਾ। ਇਹ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਦਾਅਵਾ ਹੈ। ਸਿੰਘੂ ਬਾਰਡਰ ਤੇ ਮੋਰਚੇ ਤੇ ਬੈਠੇ 1133 ਕਿਸਾਨਾਂ ਨੂੰ ਕਰੋਨਾ ਦਾ ਟੀਕਾ ਲਾ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਦੀ ਅਪੀਲ ਕੀਤੀ ਸੀ। ਟਿਕਰੀ ਬਾਰਡਰ ਤੇ ਸਿਹਤ ਮਹਿਕਮੇ ਵੱਲੋਂ ਲਾਏ ਗਏ ਬੂਥ ਤੇ ਕੋਈ ਨਹੀਂ ਪਹੁੰਚਿਆ, ਪਰ ਸਿੰਘੂ ਬਾਰਡਰ ਤੇ 1133 ਕਿਸਾਨਾਂ ਨੇ ਟੀਕਾ ਲਗਵਾਇਆ ਹੈ। 1133 ਕਿਸਾਨਾਂ ਦੀ ਗਿਣਤੀ ਦੱਸਦੀ ਹੈ ਕਿ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਵਿੱਚ ਕੋਈ ਬਹੁਤਾ ਘਾਟਾ ਨਹੀਂ ਪਿਆ ਹੈ, ਬਹੁਤੀ ਕਮੀ ਨਹੀਂ ਆਈ ਹੈ। ਜਿਸ ਤਰੀਕੇ ਦੀਆਂ ਖਬਰਾਂ ਉੱਡਦੀਆਂ ਨੇ ਕਿ ਗਿਣਤੀ ਹੈ ਜਿਹੜੀ ਉਹ 5% ਰਹਿ ਗਈ ਹੈ ਜਾਂ ਫਿਰ 10% ਰਹਿ ਗਈ ਹੈ, ਪਰ ਜੇ 1133 ਕਿਸਾਨਾਂ ਨੇ ਸਿਰਫ ਟੀਕਾ ਇਹਨਾਂ ਨੇ ਲਗਵਾ ਲਿਆ ਤੇ ਹੋਰ ਕਿੰਨੇ ਕੁ ਰਹਿ ਗਏ ਹੋਣਗੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਲੀਡਰ ਪ੍ਰਗਟ ਸਿੰਘ ਮੁਤਾਬਿਕ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਵਿਚਾਰ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਟਿਕਰੀ ਬਾਰਡਰ ਤੇ ਕੋਈ ਵੀ ਕਿਸਾਨ ਟੀਕਾ ਨਹੀਂ ਲਗਵਾਏਗਾ। ਉਹ ਕਹਿੰਦੇ ਸਾਨੂੰ ਸਥਾਨਕ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਹੈ, ਜੇ ਲੋੜ ਪਈ ਤਾਂ ਅਸੀਂ ਪੰਜਾਬ ਤੋਂ ਡਾਕਟਰ ਸੱਦ ਕੇ ਉਹਨਾਂ ਤੋਂ ਟੀਕੇ ਲਗਵਾ ਲਵਾਂਗੇ, ਪਰ ਇੱਥੋਂ ਦੇ ਪ੍ਰਸ਼ਾਸਨ ਤੋਂ ਨਹੀਂ ਲਵਾਵਾਂਗੇ। ਹਰਿਆਣਾ ਦੇ ਅਸੌਦਾ ਟੋਲ ਟੈਕਸ ਤੋਂ ਖਬਰ ਆ ਰਹੀ ਹੈ, ਜਿੱਥੇ ਟੋਲ ਟੈਕਸ ਖੁਲਵਾਉਣ ਦੇ ਲਈ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ, ਪਰ ਕਿਸਾਨਾਂ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸੀ।
ਚੰਡੀਗੜ੍ਹ ਤੋਂ ਖਬਰ ਹੈ ਜਿੱਥੇ ਮਟਕਾ ਚੌਂਕ ਦੇ ਵਿੱਚ ਰੋਜ਼ਾਨਾ ਸ਼ਾਮ ਨੂੰ ਮੋਰਚਾ ਲੱਗਦਾ ਹੈ ਜਾਂ ਕਹਿ ਲਈਏ ਕਿ ਵਿਰੋਧ ਪ੍ਰਦਰਸ਼ਨ ਹੁੰਦਾ ਹੈ। ਇੱਥੇ ਮੋਰਚਾ ਲਾ ਕੇ ਬੈਠੇ ਨੌਜਵਾਨ ਲੀਡਰ ਨੂੰ ਪਹਿਲਾਂ ਤਾਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਛੱਡ ਦਿੱਤਾ। ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ ਮੋਰਚਾ ਲਾ ਕੇ ਬੈਠੇ ਲੋਕਾਂ ਨੂੰ ਲੰਘੀ ਰਾਤ ਚੰਡੀਗੜ੍ਹ ਪੁਲਿਸ ਦੇ ਵੱਲੋਂ ਸ਼ਹਿਰ ਵਿੱਚ ਲੋਕਡਾਊਨ ਲੱਗਿਆ ਹੋਣ ਕਰਕੇ ਹਿਰਾਸਤ ਵਿੱਚ ਲਿਆ। ਇੱਥੇ ਇੱਕ ਨੌਜਵਾਨ ਆਗੂ ਸਤਨਾਮ ਟਾਂਡਾ ਨੌਜਵਾਨ ਕਿਸਾਨ ਏਕਤਾ ਦਾ ਪ੍ਰਧਾਨ ਹੈ, ਉਸ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ 17 ਦੇ ਥਾਣੇ ਲਿਜਾਇਆ ਗਿਆ। ਥਾਣੇ ਦੇ ਬਾਹਰ ਲੋਕਾਂ ਨੇ ਜਦੋਂ ਇਕੱਠ ਕੀਤਾ ਤਾਂ ਸਤਨਾਮ ਨੂੰ ਰਿਹਾ ਕਰ ਦਿੱਤਾ ਗਿਆ। 21 ਅਪ੍ਰੈਲ ਨੂੰ ਚੰਡੀਗੜ੍ਹ ਤੇ ਮੋਹਾਲੀ ਵਿੱਚ ਇੱਕ ਦਿਨ ਦਾ ਲੋਕਡਾਊਨ ਲੱਗਾ ਸੀ, ਜਿਸ ਦੇ ਚੱਲਦਿਆਂ ਪੁਲਿਸ ਨੇ ਇਹ ਕਾਰਵਾਈ ਕੀਤੀ। ਇਹ ਵੀ ਜਾਣਕਾਰੀ ਦੇ ਰਹੇ ਨੇ ਕਿਸਾਨ ਲੀਡਰ ਕਿ ਦਿੱਲੀ ਮੋਰਚਿਆਂ ਦੇ ਵਿੱਚ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗਿਣਤੀ ਵਿੱਚ ਹਜ਼ਾਰਾਂ ਔਰਤਾਂ ਸਮੇਤ 15,000 ਤੋਂ ਵੱਧ ਕਿਸਾਨਾਂ ਦੇ ਕਾਫਲੇ ਨੇ 3 ਥਾਵਾਂ ਤੋਂ ਟਿੱਕਰੀ ਬਾਰਡਰ ਦੇ ਲਈ ਰਵਾਨਾ ਕੀਤਾ ਸੀ। ਇਹ ਸਾਰੇ ਕਾਫਲੇ ਦਿੱਲੀ ਪਹੁੰਚ ਚੁੱਕੇ ਨੇ। ਜਥੇਬੰਦੀ ਦੇ ਵੱਲੋਂ ਡੱਬ ਵਾਲੀ, ਖਨੌਰੀ ਤੇ ਸਰਦੂਲਗੜ੍ਹ ਨੇੜੇ ਹਰਿਆਣਾ ਬਾਰਡਰਾਂ ਤੋਂ ਕੁੱਲ ਮਿਲਾ ਕੇ ਸੈਂਕੜੇ ਛੋਟੇ ਵੱਡੇ ਵਾਹਨਾਂ ਦੇ ਵਿੱਚ ਸਵਾਰ ਹਜ਼ਾਰਾਂ ਔਰਤਾਂ ਸਮੇਤ 15,000 ਤੋਂ ਵੱਧ ਕਿਸਾਨਾਂ ਦੇ ਕਾਫਲੇ ਦਿੱਲੀ ਦੇ ਟਿੱਕਰੀ ਬਾਰਡਰ ਦੇ ਲਈ 21-22 ਅਪ੍ਰੈਲ ਨੂੰ ਰਵਾਨਾ ਕੀਤੇ ਸੀ, ਜਿਹੜੇ ਕਿ ਪਹੁੰਚ ਚੁੱਕੇ ਨੇ। ਪਟਿਆਲਾ ਤੋਂ ਖਬਰ ਹੈ ਜਿੱਥੇ ਸਰਹੱਦੀ ਗੇਟ ਮੁੰਦੇਲਾ ਮੰਦਿਰ ਦੇ ਵਿੱਚ ਪਹੁੰਚੇ ਬੀਜੇਪੀ ਦੇ ਲੀਡਰ ਗੁਰਤੇਜ ਸਿੰਘ ਢਿੱਲੋਂ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ। ਕਿਸਾਨਾਂ ਤੇ ਬੀਜੇਪੀ ਵਰਕਰਾਂ ਦੇ ਵਿਚਾਲੇ ਆਪਸ ਵਿੱਚ ਝੜਪ ਵੀ ਹੋਈ। ਬੀਜੇਪੀ ਲੀਡਰਾਂ ਨੇ ਮੰਦਿਰ ਵਿੱਚ ਇੱਕ ਮੀਟਿੰਗ ਰੱਖੀ ਸੀ ਜਿੱਥੇ ਗੁਰਤੇਜ ਸਿੰਘ ਢਿੱਲੋਂ ਨੇ ਪਹੁੰਚਣਾ ਸੀ, ਪਰ ਪਤਾ ਲੱਗਦਿਆਂ ਹੀ ਕਿਸਾਨ ਇੱਥੇ ਪਹੁੰਚ ਗਏ। ਢਿੱਲੋਂ ਦੀ ਗੱਡੀ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਢਿੱਲੋਂ ਨੂੰ ਸਖਤ ਸੁਰੱਖਿਆ ਪਹਿਰੇ ਵਿੱਚੋਂ ਬਾਹਰ ਕੱਢਿਆ। ਕਿਸਾਨਾਂ ਨੇ ਕਿਸਾਨੀ ਸੰਘਰਸ਼ ਦੇ ਨਾਅਰੇ ਵੀ ਲਾਏ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ। ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰ ਲਈਏ ਤਾਂ 10 ਅਪ੍ਰੈਲ ਤੋਂ ਸਰਕਾਰੀ ਦਾਅਵਿਆਂ ਦੇ ਮੁਤਾਬਿਕ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ, ਪਰ ਕਿਸਾਨਾਂ ਨੂੰ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਹੀ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਪਹਿਲੇ ਦਿਨ ਤੋਂ ਹੀ ਕਣਕ ਦੀ ਖਰੀਦ ਨਹੀਂ ਹੋ ਰਹੀ। ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੁਲਣਾ ਪੈ ਰਿਹਾ ਹੈ। ਸਾਰੀ ਸਮੱਸਿਆ ਦਾ ਕਾਰਨ ਬਾਰਦਾਨੇ ਦੀ ਕਮੀ। ਜ਼ਿਆਦਾਤਰ ਮੰਡੀਆਂ ਦੇ ਵਿੱਚ ਜ਼ਰੂਰਤ ਮੁਤਾਬਿਕ ਬੋਰੀਆਂ ਹੀ ਨਹੀਂ ਪਹੁੰਚ ਰਹੀਆਂ। ਪਰ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਦਾਅਵਾ ਕਰ ਰਹੇ ਨੇ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਅਸੀਂ ਲਗਾਤਾਰ ਹੱਲ ਕਰ ਰਹੇ ਹਾਂ, ਪਰ ਜੇ ਅਸੀਂ ਗਰਾਊਂਡ ਤੇ ਜਾ ਕੇ ਦੇਖੀਏ ਤਾਂ ਕਿਸਾਨ ਸਮੱਸਿਆਵਾਂ ਦੇ ਨਾਲ ਹੀ ਜੂਝ ਰਹੇ ਨੇ। ਬਾਰਦਾਨੇ ਦੀ ਕਮੀ ਜਾਂ ਫਿਰ ਕਣਕ ਦੀ ਲਿਫਟਿੰਗ ਕੁਝ ਵੀ ਨਹੀਂ ਹੋ ਪਾ ਰਿਹਾ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਤੇ ਕਿਸਾਨਾਂ ਨੂੰ ਰੋਜ਼ਾਨਾ ਸੜਕਾਂ ਤੇ ਉਤਰ ਕੇ ਵਿਰੋਧ ਕਰਨਾ ਪੈ ਰਿਹਾ ਹੈ। ਇਸੇ ਦਰਮਿਆਨ ਬਠਿੰਡਾ ਦੀ ਗੋਨਿਆਣਾ ਦਾਣਾ ਮੰਡੀ ਦਾ ਸੁਖਬੀਰ ਸਿੰਘ ਬਾਦਲ ਨੇ ਅਚਨਚੇਤ ਦੌਰਾ ਕੀਤਾ ਤੇ ਮੰਡੀ ਵਿੱਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਸੰਬੰਧੀ ਗੱਲਬਾਤ ਕੀਤੀ। ਕੈਪਟਨ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਤਿੱਖੇ ਹਮਲੇ ਕੀਤੇ। ਸੁਖਬੀਰ ਬਾਦਲ ਨੇ ਦੋਸ਼ ਲਾਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ 4.5 ਸਾਲ ਤੋਂ ਮੋਤੀ ਮਹਿਲ 'ਚ ਬੈਠੇ ਨੇ, ਕਦੇ ਵੀ ਦਫ਼ਤਰ ਨਹੀਂ ਗਏ। ਉਹਨਾਂ ਨੂੰ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੀ ਤਰਸਯੋਗ ਹਾਲਤ ਦਾ ਕੋਈ ਧਿਆਨ ਨਹੀਂ ਹੈ। ਸੋ ਇੱਥੇ ਵੀ ਲੀਡਰਾਂ ਦੇ ਬਿਆਨਾਂ ਦੇ ਵਿੱਚ ਕਾਫੀ ਫਰਕ ਹੈ। ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲਾਂ ਦੇ ਵਿੱਚ 4-5 ਵਾਰੀ ਹੀ ਪੰਜਾਬ ਆਏ ਨੇ, ਪਟਿਆਲੇ ਤਾਂ ਇੱਕ ਵਾਰੀ ਆਏ ਨੇ, ਜਦਕਿ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਮੋਤੀ ਮਹਿਲ 'ਚ ਹੀ ਬੈਠੇ ਰਹਿੰਦੇ ਨੇ। ਹੁਣ ਸੱਚਾਈ ਕੀ ਹੈ ਇਹ ਕੈਪਟਨ ਸਾਹਿਬ ਹੀ ਜਾਣਦੇ ਨੇ। ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੇ ਲਈ ਅਹਿਮ ਐਲਾਨ ਕੀਤਾ ਹੈ। ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਵਿਦਿਆਰਥੀਆਂ ਨੂੰ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੇ ਹੱਲ ਵਾਸਤੇ ਤਬਾਦਲਾ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ, ਯਾਨੀ ਕਿ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਹੁਣ ਸਿਰਫ ਤੇ ਸਿਰਫ ਵਿਦਿਆਰਥੀ ਦੇ ਮਾਪਿਆਂ ਦੇ ਵੱਲੋਂ ਲਿਖਤੀ ਸਵੈ ਘੋਸ਼ਣਾ ਪੱਤਰ ਹੈ ਜਿਹੜਾ ਉਹ ਲਿਆ ਜਾਵੇਗਾ। ਹੁਣ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਤਬਾਦਲਾ ਸਰਟੀਫਿਕੇਟ ਨਹੀਂ ਦੇਣਾ ਪਵੇਗਾ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਮੁਤਾਬਿਕ ਮਾਨਤਾ ਪ੍ਰਾਪਤ ਸਕੂਲਾਂ ਦੇ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਪੁਰਾਣੀਆਂ ਹਦਾਇਤਾਂ ਦੇ ਆਧਾਰ ਤੇ ਪਿਛਲੇ ਸਕੂਲ ਤੋਂ ਟ੍ਰਾਂਸਫਰ ਸਰਟੀਫਿਕੇਟ ਲੈਣ ਦੇ ਲਈ ਦਬਾਅ ਪਾਏ ਜਾਣ ਦੇ ਮਾਮਲੇ ਵਿਭਾਗ ਦੇ ਧਿਆਨ ਵਿੱਚ ਆਏ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਵਿਦਿਆਰਥੀਆਂ ਦੇ ਹਿੱਤ ਦੇ ਵਿੱਚ। ਅਮਰੀਕਾ ਦੇ ਵਿੱਚ ਸਿੱਖ ਭਾਈਚਾਰੇ ਖਿਲਾਫ ਨਸਲੀ ਹਮਲੇ ਵਧਣ ਤੇ ਸੀਨੀਅਰ ਕਾਂਗਰਸ ਲੀਡਰ ਮਨੀਸ਼ ਤਿਵਾੜੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਮਨੀਸ਼ ਤਿਵਾੜੀ ਨੇ ਚਿੰਤਾ ਜਤਾਈ ਹੈ ਅਤੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਤਿਵਾੜੀ ਨੇ ਕਿਹਾ ਕਿ ਇੰਡੀਆਨਾਪੋਲਿਸ ਦੇ ਵਿੱਚ ਪਿਛਲੇ ਹਫ਼ਤੇ ਗੋਲੀਬਾਰੀ ਦੀ ਘਟਨਾ ਕਾਰਨ ਦੇਸ਼ ਤੇ ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਨੂੰ ਸਦਮਾ ਪਹੁੰਚਿਆ। ਇਸ ਘਟਨਾ ਦੇ ਵਿੱਚ 8 ਜਣਿਆਂ ਦੀ ਮੌਤ ਹੋਈ ਸੀ, ਜਿਨ੍ਹਾਂ ਦੇ ਵਿੱਚੋਂ 4 ਸਿੱਖ ਸਨ।
ਤਿਵਾੜੀ ਨੇ ਕਿਹਾ ਕਿ ਇਹ ਸਿਰਫ ਇੱਕਮਾਤਰ ਘਟਨਾ ਹੀ ਨਹੀਂ ਹੈ ਬਲਕਿ ਅਗਸਤ 2012 ਵਿੱਚ ਓਕ ਕ੍ਰੀਕ ਵਿਸਕੌਨਸਿਨ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਤੇ ਵੀ ਹਮਲਾ ਹੋਇਆ ਸੀ ਜਿਸ ਵਿੱਚ 7 ਬੇਕਸੂਰ ਜਾਨਾਂ ਚਲੀਆਂ ਗਈਆਂ ਸੀ। ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਤੇ ਯੂਨੀਅਨ ਟੈਰੀਟਰੀਜ਼ ਨੂੰ ਹੁਕਮ ਦਿੱਤੇ ਨੇ ਕਿ ਉਹ ਆਪਣੇ ਇਲਾਕਿਆਂ ਦੇ ਵਿੱਚ ਆਕਸੀਜਨ ਦੀ ਸਪਲਾਈ ਕੋਰੋਨਾ ਵਾਇਰਸ ਮਰੀਜ਼ਾਂ ਦੇ ਲਈ ਨਿਰਵਿਘਨ ਜਾਰੀ ਰੱਖਣਾ ਯਕੀਨੀ ਬਣਾਉਣ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਮੁਖੀਆਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇ। ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਆਫਤ ਪ੍ਰਬੰਧਨ ਐਕਟ ਹੇਠ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਸੂਬਿਆਂ ਵਿੱਚ ਆਕਸੀਜਨ ਲੈ ਕੇ ਜਾ ਰਹੇ ਵਾਹਨਾਂ ਤੇ ਕੋਈ ਪਾਬੰਦੀ ਨਾ ਲਾਈ ਜਾਵੇ। ਇਸ ਸੰਬੰਧੀ ਸੂਬਿਆਂ ਦੇ ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ। ਆਕਸੀਜਨ ਉਤਪਾਦਕਾਂ ਤੇ ਵੀ ਆਕਸੀਜਨ ਦੀ ਸਪਲਾਈ ਵਧਾਉਣ ਤੇ ਕੋਈ ਰੋਕ ਨਾ ਲਾਈ ਜਾਵੇ। ਇਹਨਾਂ ਹਦਾਇਤਾਂ ਨੂੰ ਲਾਗੂ ਕਰਵਾਉਣ ਦੀ ਜ਼ਿਲ੍ਹਿਆਂ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਪੁਲਿਸ ਮੁਖੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਸੋ ਕੇਂਦਰ ਸਰਕਾਰ ਨੇ ਤਾਂ ਕਹਿ ਦਿੱਤਾ ਹੈ ਕਿ ਸੂਬੇ ਤੇ ਯੂਨੀਅਨ ਟੈਰੀਟਰੀ ਆਪਣੇ ਸੂਬਿਆਂ ਦੇ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੇ ਲਈ ਨਿਰਵਿਘਨ ਸਪਲਾਈ ਹੈ ਜਿਹੜੀ ਆਕਸੀਜਨ ਦੀ ਉਹ ਜਾਰੀ ਰੱਖਣ। ਪਰ ਜਿਨ੍ਹਾਂ ਸੂਬਿਆਂ ਦੇ ਕੋਲ ਆਕਸੀਜਨ ਪਹੁੰਚ ਹੀ ਨਹੀਂ ਰਹੀ, ਜਿਨ੍ਹਾਂ ਦੇ ਕੋਲ ਪਲਾਂਟ ਨਹੀਂ ਹੈਗੇ ਆਕਸੀਜਨ ਦੇ ਜਾਂ ਫਿਰ ਪਹੁੰਚ ਨਹੀਂ ਰਹੀ, ਉਹ ਕਿਵੇਂ ਸਪਲਾਈ ਯਕੀਨੀ ਬਣਾਉਣਗੇ, ਇਹ ਸ਼ਾਇਦ ਉਹਨਾਂ ਦੀ ਸਮਝੋਂ ਬਾਹਰ ਹੋਵੇਗਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੋਟਾਂ 25 ਅਪ੍ਰੈਲ ਨੂੰ ਨਹੀਂ ਪੈਣਗੀਆਂ। ਦਿੱਲੀ ਦੇ ਗਵਰਨਰ ਨੇ ਅਰਵਿੰਦ ਕੇਜਰੀਵਾਲ ਸਰਕਾਰ ਦੀ ਚੋਣਾਂ ਮੁਲਤਵੀ ਕਰਨ ਦੀ ਅਪੀਲ ਹੈ ਜਿਹੜੀ ਉਸ ਨੂੰ ਮਨਜ਼ੂਰ ਕਰ ਲਿਆ। ਦਿੱਲੀ ਦੇ ਵਿੱਚ 26 ਅਪ੍ਰੈਲ ਤੱਕ ਲੋਕਡਾਊਨ ਕਰਕੇ ਵੋਟਾਂ ਮੁਲਤਵੀ ਕਰਨ ਦੀ ਅਪੀਲ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਤੇ ਹਾਈ ਕੋਰਟ ਨੇ ਇਹ ਵੀ ਹੁਕਮ ਦਿੱਤੇ ਹੋਏ ਨੇ ਕਿ ਦਿੱਲੀ ਕਮੇਟੀ ਚੋਣਾਂ ਦੀ ਜਿਹੜੀ ਪ੍ਰਕਿਰਿਆ ਹੈ ਉਹ ਕਿਸੇ ਵੀ ਹਾਲ ਵਿੱਚ 13 ਮਈ ਤੱਕ ਮੁਕੰਮਲ ਕਰਵਾ ਲਈ ਜਾਵੇ। 2 ਮਾਰਚ ਨੂੰ ਹਾਈ ਕੋਰਟ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਸ ਦੇ ਤਹਿਤ ਤਾਂ ਇਹੀ ਬਣਦਾ ਹੈ ਕਿ 13 ਮਈ ਤੋਂ ਪਹਿਲਾਂ ਦਿੱਲੀ ਕਮੇਟੀ ਦੀਆਂ ਚੋਣਾਂ ਹੋ ਜਾਣਗੀਆਂ, ਪਰ ਅਗਲੀ ਤਰੀਕ ਦਾ ਜਿਹੜਾ ਐਲਾਨ ਹੈ ਉਹ ਹਾਲੇ ਤੱਕ ਨਹੀਂ ਕੀਤਾ ਗਿਆ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਧਰਨਿਆਂ ਤੋਂ ਜਾਣ ਲਈ ਨਹੀਂ ਕਹਾਂਗੇ। ਅਸੀਂ 5 ਮਹੀਨਿਆਂ ਤੋਂ ਇੱਥੇ ਬੈਠੇ ਹਾਂ ਤੇ ਹੁਣ ਇਹੀ ਸਾਡਾ ਘਰ ਹੈ। ਇੱਥੇ ਕੈਂਪ ਲਵਾਏ ਜਾਣ, ਅਸੀਂ ਵੈਕਸੀਨ ਲਵਾਵਾਂਗੇ, ਅਸੀਂ ਇੱਥੇ ਘੱਟ ਲੋਕਾਂ ਨੂੰ ਰੱਖਾਂਗੇ, ਕੋਈ ਬੈਠਕ ਨਹੀਂ ਕਰਾਂਗੇ, ਲੋਕ ਵੀ ਆਉਂਦੇ ਜਾਂਦੇ ਰਹਿਣਗੇ ਤੇ ਪਰ ਇੱਥੋਂ ਕਿਸਾਨ ਪੱਕੇ ਤੌਰ ਤੇ ਨਹੀਂ ਜਾਣਗੇ ਜਿੰਨਾ ਚਿਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਦਿੱਲੀ ਦੇ ਵਿੱਚ ਇੱਕ ਸਿੱਖ ਪਰਿਵਾਰ ਨੇ ਲੋੜਵੰਦ ਲੋਕਾਂ ਦੇ ਲਈ ਮੁਫਤ ਆਕਸੀਜਨ ਦੇਣ ਦਾ ਐਲਾਨ ਕੀਤਾ ਹੈ ਕਿਉਂਕਿ ਸਿੱਖ ਪਰਿਵਾਰ ਦੀ ਆਕਸੀਜਨ ਬਣਾਉਣ ਵਾਲੀ ਫੈਕਟਰੀ ਹੈ ਤੇ ਸਿੱਖ ਭਾਈਚਾਰੇ ਦੇ ਵੱਲੋਂ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਨੇ ਜਾਂ ਦੇਸ਼ ਦੁਨੀਆ ਤੇ ਕੋਈ ਵੀ ਅਜਿਹੀ ਮੁਸ਼ਕਿਲ ਪੈਂਦੀ ਹੈ ਤਾਂ ਸਿੱਖ ਭਾਈਚਾਰੇ ਦੇ ਵੱਲੋਂ ਲੰਗਰਾਂ ਦੇ ਨਾਲ, ਦਵਾਈਆਂ ਦੇ ਨਾਲ ਜੋ ਵੀ ਸੰਭਵ ਹੋ ਸਕਦਾ ਤਾਂ ਇਹੋ ਜਿਹੇ ਐਲਾਨ ਕੀਤੇ ਜਾਂਦੇ ਨੇ। ਸੋ ਇਸੇ ਤਰ੍ਹਾਂ ਦੀ ਇਹ ਮਿਸਾਲ ਪੇਸ਼ ਕਰਦੀਆਂ ਤਸਵੀਰਾਂ ਵੀ ਹੁਣ ਵਾਇਰਲ ਹੋ ਰਹੀਆਂ ਨੇ ਜਦੋਂ ਇੱਕ ਸਿੱਖ ਪਰਿਵਾਰ ਦੇ ਵੱਲੋਂ ਮੁਫਤ ਆਕਸੀਜਨ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਇੱਥੇ ਹੁਣ ਜ਼ਰੂਰਤਮੰਦ ਲੋਕ ਆਪੋ ਆਪਣੇ ਸਿਲੰਡਰ ਲਿਆ ਕੇ ਆਕਸੀਜਨ ਲੈ ਕੇ ਜਾ ਰਹੇ ਨੇ। ਪ੍ਰਾਈਮ ਟਾਈਮ ਦੇ ਵਿੱਚ ਕੁਝ ਅਹਿਮ ਖਬਰਾਂ ਪੂਰੇ ਭਾਰਤ ਦੀਆਂ। ਸਭ ਤੋਂ ਪਹਿਲੀ ਖਬਰ ਲਖਨਊ ਤੋਂ ਹੈ। ਜੇ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਜਿਹੜਾ ਰਿਸ਼ਤੇਦਾਰ ਹੈ ਜਾਂ ਦੋਸਤ ਹੈ, ਪਰਿਵਾਰਿਕ ਮੈਂਬਰ ਹੈ, ਹਸਪਤਾਲ ਦੇ ਵਿੱਚ ਦਾਖਲ ਹੈ ਕਿਸੇ ਬਿਮਾਰੀ ਦੇ ਕਰਕੇ ਤੇ ਹਸਪਤਾਲ ਤੁਹਾਨੂੰ ਅਚਾਨਕ ਕਹਿ ਦੇਵੇ ਕਿ ਸਾਡੇ ਕੋਲ ਪ੍ਰਬੰਧ ਨਹੀਂ ਹੈ, ਆਪਣੇ ਮਰੀਜ਼ ਨੂੰ ਜਿੱਥੇ ਲਿਜਾਣਾ ਤੁਸੀਂ ਲੈ ਜਾਓ, ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ, ਕੀ ਤੁਹਾਡੇ ਤੇ ਬੀਤਦੀ ਹੋਏਗੀ? ਕਿਉਂਕਿ ਮਰੀਜ਼ ਦੀ ਜ਼ਿੰਦਗੀ ਜਦੋਂ ਖਤਰੇ ਦੇ ਵਿੱਚ ਹੁੰਦੀ ਹੈ ਤਾਂ ਇੱਕ ਮਿੰਟ ਉਹਦੇ ਲਈ ਕ੍ਰਿਟੀਕਲ ਹੁੰਦਾ ਹੈ। ਪਰ ਲਖਨਊ ਦੇ 2 ਵੱਡੇ ਹਸਪਤਾਲਾਂ ਦੇ ਐਲਾਨਾਂ ਨੇ ਮਿੰਟਾਂ ਦੇ ਵਿੱਚ ਮਰੀਜ਼ਾਂ ਦੇ ਸਾਹ ਸੁਕਾ ਦਿੱਤੇ ਨੇ। ਕਰੋਨਾ ਦੇ ਇਸ ਦੌਰ ਦੇ ਵਿੱਚ ਕਿਹੋ ਜਿਹੇ ਐਲਾਨ ਕੀਤੇ ਗਏ ਨੇ ਉਹ ਤੁਹਾਨੂੰ ਦੱਸਦੇ ਹਾਂ। ਸ਼ਾਹੀ ਸ਼ਹਿਰ ਦੇ ਮੇਓ ਤੇ ਮੈਕਵਿਲ ਸਣੇ तमाम ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਸਪਲਾਈ ਤਕਰੀਬਨ ਖਤਮ ਹੋ ਚੁੱਕੀ ਹੈ। ਇਹਨਾਂ ਹਸਪਤਾਲਾਂ ਦੇ ਵੱਲੋਂ ਜਾਰੀ ਬਿਆਨਾਂ ਦੇ ਵਿੱਚ ਜੋ ਕਿਹਾ ਜਾ ਰਿਹਾ ਹੈ ਉਹ ਪਰੇਸ਼ਾਨ ਕਰਨ ਵਾਲਾ ਹੈ। ਹਸਪਤਾਲ ਨੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ, ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਆਪੋ ਆਪਣੇ ਮਰੀਜ਼ ਘਰਾਂ ਨੂੰ ਲੈ ਜਾਓ। ਹਸਪਤਾਲ ਨੇ ਕਿਹਾ ਕਿ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਰੋਜ਼ਾਨਾ 400 ਆਕਸੀਜਨ ਦੇ ਸਿਲੰਡਰ ਮਿਲਣਗੇ, ਪਰ ਸਪਲਾਈ ਕਰਨ ਵਾਲੇ ਕੇਂਦਰ ਉਮੀਦਾਂ ਤੇ ਖਰਾ ਨਹੀਂ ਉਤਰੇ। ਅਸੀਂ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ 15 ਮਿੰਟ ਦਾ ਬੈਕਅਪ ਹੀ ਰੱਖ ਸਕਦੇ ਹਾਂ, ਪਰ ਫਿਕਰ ਵਾਲੀ ਗੱਲ ਹੈ ਕਿ ਲਖਨਊ ਦੇ ਵਿੱਚ ਕਿਤੇ ਵੀ ਆਕਸੀਜਨ ਨਹੀਂ ਹੈ। ਹਸਪਤਾਲਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਾਡੇ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਨੂੰ ਵੀ ਕਿਸੇ ਹੋਰ ਵੱਡੇ ਸੈਂਟਰ ਵਿੱਚ ਸ਼ਿਫਟ ਕਰਨ ਜਾਂ ਰੈਫਰ ਕਰਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹਨਾਂ ਮਰੀਜ਼ਾਂ ਨੂੰ ਨਿਰੰਤਰ ਆਕਸੀਜਨ ਦੀ ਸਪਲਾਈ ਹੋ ਸਕੇ। ਅਖੀਰ ਵਿੱਚ ਹਸਪਤਾਲ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਆਕਸੀਜਨ ਦੀ ਘਾਟ ਕਾਰਨ ਕਿਸੇ ਮਰੀਜ਼ ਨਾਲ ਕੁਝ ਵੀ ਵਾਪਰਦਾ ਹੈ ਤਾਂ ਹਸਪਤਾਲ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਇਸੇ ਤਰ੍ਹਾਂ ਹੀ ਲਖਨਊ ਦੇ ਇੱਕ ਹੋਰ ਹਸਪਤਾਲ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ।
ਮੈਕਵੈਲ ਨਾਂ ਦੇ ਹਸਪਤਾਲ ਨੇ ਲਿਖਿਆ ਕਿ ਕੇਂਦਰ ਸਰਕਾਰ ਨੂੰ ਮੁੜ ਤੋਂ ਬੇਨਤੀ ਕਰਦੇ ਹਾਂ, ਅਸੀਂ ਕਹਿ ਰਹੇ ਹਾਂ ਕਿ ਸਾਨੂੰ ਲੋੜ ਮੁਤਾਬਿਕ ਆਕਸੀਜਨ ਦੀ ਸਪਲਾਈ ਨਹੀਂ ਮਿਲ ਰਹੀ, ਇਸ ਲਈ ਅਸੀਂ ਆਕਸੀਜਨ ਦੇ ਆਸਰੇ ਇਲਾਜ ਕਰਵਾ ਰਹੇ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਮਰੀਜ਼ਾਂ ਨੂੰ ਕਿਸੇ ਹੋਰ ਵੱਡੇ ਕੇਂਦਰ ਵਿੱਚ ਲੈ ਜਾਣ। ਇਸ ਅਸੁਵਿਧਾ ਦੇ ਲਈ ਅਸੀਂ ਖੇਦ ਮਹਿਸੂਸ ਕਰਦੇ ਹਾਂ। ਅਜਿਹੇ ਜਿਹੜੇ ਪੋਸਟਰ ਨੇ ਉਹ ਵੀ ਹਸਪਤਾਲ ਨੇ ਆਪਣੇ ਦਰਵਾਜ਼ੇ ਦੇ ਉੱਤੇ ਚਿਪਕਾ ਦਿੱਤੇ ਨੇ। ਸੋ ਅਜਿਹੇ ਹਾਲਾਤ ਨੇ ਜਿਹੜੇ ਉਹ ਕਿਉਂ ਬਣ ਰਹੇ ਨੇ? ਆਖਿਰਕਾਰ ਸਰਕਾਰ ਦੀਆਂ ਨੀਤੀਆਂ ਇੰਨੀਆਂ ਮਾੜੀਆਂ, ਇੰਨੀਆਂ ਨਿਕੰਮੀਆਂ, ਇੰਨੀਆਂ ਨਖਿੱਧ ਕਿਉਂ ਨੇ ਕਿ ਇਹ ਚੀਜ਼ ਦੁਬਾਰਾ ਵਾਪਰ ਰਹੀ ਹੈ? ਸਾਰਾ ਕੁਝ ਦੁਬਾਰਾ ਵਾਪਰ ਰਿਹਾ ਹੈ। ਕੋਈ ਇਹ ਤਾਂ ਹੈ ਨਹੀਂ ਕਿ ਪਹਿਲੀ ਵਾਰੀ ਇਹ ਬਿਮਾਰੀ ਆਈ ਹੈ ਤਾਂ ਮੁੜ ਤੋਂ ਅਜਿਹੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਕੁਝ ਉਹਨਾਂ ਗਲਤੀਆਂ ਤੋਂ ਸਬਕ ਕਿਉਂ ਨਹੀਂ ਸਿੱਖਿਆ ਗਿਆ? ਹਾਦਸੇ ਦੇ ਨਾਲ ਜੁੜੀ ਹੋਈ ਖਬਰ ਹੈ ਸ਼ਾਹਜਹਾਂਪੁਰ ਤੋਂ, ਜਿੱਥੇ ਰੇਲਵੇ ਫਾਟਕ ਤੇ ਅੱਜ ਸਵੇਰੇ ਰੇਲ ਗੱਡੀ ਵਾਹਨਾਂ ਦੇ ਨਾਲ ਟਕਰਾ ਗਈ, ਜਿਸ ਕਾਰਨ 5 ਜਣਿਆਂ ਦੀ ਮੌਤ ਹੋ ਗਈ ਤੇ 1 ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਕ੍ਰਾਸਿੰਗ ਤੇ ਰੇਲਵੇ ਫਾਟਕ ਬੰਦ ਨਹੀਂ ਸੀ, ਜਿਸ ਕਾਰਨ ਹਾਦਸਾ ਵਾਪਰਿਆ ਹੈ। ਲਖਨਊ ਚੰਡੀਗੜ੍ਹ ਸੁਪਰਫਾਸਟ ਗੱਡੀ ਪਟੜੀ ਤੋਂ ਲੈ ਗਈ, ਜਿਸ ਕਰਕੇ ਦੋਵਾਂ ਪਾਸਿਆਂ ਦੀ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ। ਹਾਦਸਾ ਉਸ ਵਕਤ ਵਾਪਰਿਆ ਜਦੋਂ ਰੇਲ ਗੱਡੀ ਮੀਰਾਪੁਰ ਕੱਟਾ ਰੇਲਵੇ ਸਟੇਸ਼ਨ ਤੋਂ ਸਵੇਰੇ ਲੰਘੀ ਤੇ ਇਸਨੇ 2 ਟਰੱਕਾਂ, ਕਾਰ ਤੇ ਮੋਟਰਸਾਈਕਲ ਨੂੰ ਖੁੱਲੇ ਲਾਂਘੇ ਵਿੱਚੋਂ ਟੱਕਰ ਮਾਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਘਟਨਾ ਦੀ ਜਾਂਚ ਦੇ ਹੁਕਮ ਰੇਲਵੇ ਨੇ ਦੇ ਦਿੱਤੇ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੀੜਤ ਪਰਿਵਾਰਾਂ ਲਈ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। CPIM ਦੇ ਜਨਰਲ ਸਕੱਤਰ ਸੀਤਾਰਾਮ ਯੇਚੂਰੀ ਦੇ ਪੁੱਤਰ ਆਸ਼ੀਸ਼ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ। ਉਮਰ ਸਿਰਫ 34 ਸਾਲ ਦੀ ਸੀ। ਆਸ਼ੀਸ਼ ਪੇਸ਼ੇ ਵਜੋਂ ਪੱਤਰਕਾਰ ਸੀ। ਗੁਰੂਗ੍ਰਾਮ ਦੇ ਮੈਦਾਂਤਾ ਹਸਪਤਾਲ ਦੇ ਵਿੱਚ ਭਰਤੀ ਸੀ। ਜਾਣਕਾਰੀ ਮੁਤਾਬਿਕ ਆਸ਼ੀਸ਼ ਦੀ ਹਾਲਤ ਸਥਿਰ ਹੋ ਗਈ ਸੀ, ਪਰ ਤੜਕੇ ਹੀ ਉਸ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਵੱਡੇ ਲੀਡਰਾਂ ਨੇ ਯੇਚੂਰੀ ਦੇ ਪੁੱਤਰ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਆਕਸੀਜਨ ਦੀ ਸਪਲਾਈ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਆਕਸੀਜਨ ਦੇ ਟਰੱਕਾਂ ਦੀ ਆਵਾਜਾਈ ਨੂੰ ਲੈ ਕੇ ਮਦਦ ਮੰਗੀ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਦਦ ਦਾ ਭਰੋਸਾ ਵੀ ਦਿੱਤਾ ਹੈ। ਪਰ ਇਸੇ ਦਰਮਿਆਨ ਇਹ ਵੀ ਖਬਰ ਮਿਲ ਰਹੀ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਚਿੱਠੀ ਲਿਖੀ ਹੈ। ਸਿਸੋਦੀਆ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਆਕਸੀਜਨ ਲਿਜਾ ਰਹੇ ਟਰੱਕਾਂ ਨੂੰ ਰੋਕ ਰਹੇ ਨੇ। ਟੈਂਕਰਾਂ ਨੂੰ ਸਮੇਂ ਸਿਰ ਦਿੱਲੀ ਹਸਪਤਾਲਾਂ ਵਿੱਚ ਪਹੁੰਚਣ ਦੇ ਵਿੱਚ ਦੇਰੀ ਹੋ ਰਹੀ ਹੈ। ਭਾਰਤ ਵਿੱਚ ਹੁਣ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਦੇ ਲਈ 24 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ 1 ਮਈ ਤੋਂ ਦੇਸ਼ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਹੋ ਸਕੇਗਾ। ਹਾਲਾਂਕਿ ਇਹਨਾਂ ਨੂੰ ਟੀਕੇ ਮੁਫਤ ਲੱਗਣਗੇ, ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ। ਸਰਕਾਰੀ ਹਸਪਤਾਲਾਂ ਨੂੰ ਸਿਰਮ ਦੇ ਵੱਲੋਂ 400 ਰੁਪਏ ਦਾ ਟੀਕਾ ਵੇਚਿਆ ਜਾਵੇਗਾ ਤੇ ਪ੍ਰਾਈਵੇਟ ਹਸਪਤਾਲਾਂ ਨੂੰ 600 ਰੁਪਏ ਦਾ। ਹੁਣ ਲੋਕਾਂ ਨੂੰ ਕਿੰਨੇ ਰੁਪਏ ਚ ਲਾਇਆ ਜਾਏਗਾ, ਇਸ ਬਾਰੇ ਹਾਲੇ ਕੋਈ ਖਬਰ ਨਹੀਂ ਹੈ। ਕਰਨਾਟਕਾ ਸਰਕਾਰ ਨੇ ਕੋਵਿਡ-19 ਦੇ ਕਾਰਨ ਜਿਹੜੇ ਲੋਕਾਂ ਦੀ ਮੌਤ ਹੋ ਰਹੀ ਹੈ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਖੇਤਾਂ ਜਾਂ ਫਿਰ ਨਿੱਜੀ ਜ਼ਮੀਨ ਤੇ ਦਾਹ ਸੰਸਕਾਰ ਕਰਨ ਅਤੇ ਦਫਨਾਉਣ ਦੀ ਆਗਿਆ ਦੇ ਦਿੱਤੀ ਹੈ। ਅਜਿਹਾ ਬੰਗਲੁਰੂ ਵਰਗੇ ਸ਼ਹਿਰਾਂ ਦੇ ਵਿੱਚ ਸ਼ਮਸ਼ਾਨ ਘਾਟ ਅਤੇ ਕਬਰਸਤਾਨ ਦੇ ਵਿੱਚ ਦਬਾਅ ਘੱਟ ਕਰਨ ਦੇ ਲਈ ਕੀਤਾ ਗਿਆ ਹੈ। ਬੰਗਲੁਰੂ ਦੇ 13 ਸ਼ਮਸ਼ਾਨ ਘਾਟਾਂ ਅਤੇ ਕਈ ਕਬਰਸਤਾਨਾਂ ਦੇ ਮੂਹਰੇ ਐਂਬੂਲੈਂਸਾਂ ਦੀ ਲੰਬੀ ਲਾਈਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੱਗੀ ਹੋਈ ਸੀ ਤੇ ਇੱਥੇ ਲੋਕ ਅੰਤਿਮ ਸੰਸਕਾਰ ਕਰਨ ਦੇ ਲਈ ਪਹੁੰਚ ਰਹੇ ਸੀ। ਕਰਨਾਟਕਾ ਦੇ ਪ੍ਰਮੁੱਖ ਸਕੱਤਰ ਕਰਨਾਟਕਾ ਦੇ ਇੱਕ ਸੀਨੀਅਰ ਅਧਿਕਾਰੀ ਮੰਜੂਨਾਥ ਪ੍ਰਸਾਦ ਨੇ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਕਰਨਾਟਕਾ ਦੇ ਵਿੱਚ ਇਹ ਪ੍ਰਥਾ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਕਿ ਲੋਕ ਆਪਣੇ ਚਾਹੁਣ ਵਾਲਿਆਂ ਦਾ ਆਪਣੇ ਖੇਤਾਂ ਜਾਂ ਫਿਰ ਨਿੱਜੀ ਜ਼ਮੀਨ ਤੇ ਹੀ ਅੰਤਿਮ ਸੰਸਕਾਰ ਕਰਦੇ ਨੇ ਤੇ ਦਫਨਾਉਂਦੇ ਨੇ। ਮੌਤਾਂ ਦੇ ਵੱਧਦੇ ਅੰਕੜਿਆਂ ਦੇ ਕਾਰਨ ਅਜਿਹਾ ਹੁਕਮ ਜਾਰੀ ਕਰ ਦਿੱਤਾ ਗਿਆ, ਪਰ ਹੁਕਮ ਦੇ ਨਾਲ ਇਹ ਵੀ ਸਪਸ਼ਟ ਕੀਤਾ ਹੈ ਕਿ ਨਿੱਜੀ ਜ਼ਮੀਨ ਦੇ ਉੱਤੇ ਦਫਨਾਉਣਾ ਸਿਹਤ ਵਿਭਾਗ ਦੇ ਸਤੰਬਰ 2020 ਦੇ ਜਾਰੀ ਪ੍ਰੋਟੋਕੋਲ ਨਿਯਮਾਂ ਦੇ ਤਹਿਤ ਹੀ ਹੋਣਾ ਚਾਹੀਦਾ ਹੈ। ਆਫਤ ਪ੍ਰਬੰਧਨ ਐਕਟ ਦੇ ਨਿਯਮਾਂ ਦੇ ਤਹਿਤ ਕਾਰਜਕਾਰੀ ਕਮੇਟੀ ਦੀ ਸਿਫਾਰਿਸ਼ ਤੇ ਇਹ ਫੈਸਲਾ ਲਿਆ ਗਿਆ। ਕੋਰੋਨਾ ਦੇ ਟੀਕੇ ਕੋਵੈਕਸਿਨ ਤੇ ਕੋਵਿਸ਼ੀਲਡ ਨੂੰ ਲੈ ਕੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਯਾਨੀ ਕਿ ICMR ਨੇ ਦਾਅਵਾ ਕੀਤਾ ਹੈ ਕਿ ਇਹ ਟੀਕਾ ਕੋਰੋਨਾ ਦੇ ਨਵੇਂ ਮਿਊਟੈਂਟ ਦੇ ਲਈ ਵੀ ਕਾਰਗਰ ਸਾਬਿਤ ਹੁੰਦਾ ਹੈ। ICMR ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਟੀਕਾ ਲੱਗਿਆ ਸੀ, ਵੈਕਸੀਨ ਲੱਗੀ ਸੀ, ਉਹਨਾਂ ਵਿੱਚੋਂ ਬਹੁਤ ਹੀ ਘੱਟ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗੀ ਹੈ। ਡਾਇਰੈਕਟਰ ਬਲਰਾਮ ਭਾਰਗਵ ਨੇ ਦੱਸਿਆ ਕਿ ਇਹ ਵੈਕਸੀਨ ਨਿਸ਼ਚਿਤ ਰੂਪ ਨਾਲ ਬਿਮਾਰੀ ਤੋਂ ਬਚਾਉਂਦੀ ਹੈ। ਹਾਲਾਂਕਿ ਜਿਹੜੀ ਇੱਕ
ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਉਹ ਖੁਰਾਕ ਲੈਣ ਤੋਂ 2 ਹਫ਼ਤੇ ਬਾਅਦ ਹੈ ਜਿਹੜੀ ਉਹ ਪੈਦਾ ਹੋਣੀ ਸ਼ੁਰੂ ਹੁੰਦੀ ਹੈ। ਪਰ ਹਰ ਵਿਅਕਤੀ ਦੇ ਲਈ ਇਹ ਵੱਖਰੀ ਵੀ ਹੋ ਸਕਦੀ ਹੈ। ਪਹਿਲੀ ਖੁਰਾਕ ਤੋਂ ਬਾਅਦ ਵੀ ਜੇ ਵਾਇਰਸ ਦੇ ਸੰਪਰਕ ਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਕੋਈ ਵੀ ਪੋਜ਼ਿਟਿਵ ਹੋ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਟੀਕਾ ਲਗਵਾ ਲਿਆ ਤੁਹਾਨੂੰ ਕਰੋਨਾ ਨਹੀਂ ਹੋ ਸਕਦਾ, ਪਰ ਇਹ ਹੈ ਕਿ ਕਰੋਨਾ ਤੋਂ ਤੁਸੀਂ ਠੀਕ ਹੋ ਸਕਦੇ ਹੋ। ਦਿੱਲੀ ਹਾਈ ਕੋਰਟ ਨੇ WhatsApp ਦੀ ਨਿਜਤਾ ਨੀਤੀ ਦੀ ਜਾਂਚ ਕਰਨ ਦੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਦੇ ਮਾਮਲੇ ਤੇ Facebook ਤੇ WhatsApp ਦੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। CCI ਨੇ ਕਿਹਾ ਹੈ ਕਿ ਉਹ ਵਿਅਕਤੀਗਤ ਨਿਜਤਾ ਦੇ ਮਾਮਲੇ ਦੀ ਜਾਂਚ ਨਹੀਂ ਕਰ ਰਿਹਾ ਜਿਸ ਦੀ ਜਾਂਚ ਸਰਵਉੱਚ ਅਦਾਲਤ ਤੇ ਉੱਚ ਅਦਾਲਤ ਵੱਲੋਂ ਕੀਤੀ ਜਾ ਰਹੀ ਹੈ, ਬਲਕਿ ਇਹ ਉਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਜਿਸ ਵਿੱਚ WhatsApp ਵੱਲੋਂ ਵਿਅਕਤੀਗਤ ਡੇਟਾ ਇਕੱਠਾ ਕਰਕੇ Facebook ਨਾਲ ਸਾਂਝਾ ਕਰਨ ਬਾਰੇ ਹੈ। ਇਸ ਨਾਲ ਕੰਪਨੀਆਂ ਇਸ਼ਤਿਹਾਰ ਜਾਂ ਹੋਰ ਲਾਭ ਲੈਣ ਲਈ ਵਿਅਕਤੀਆਂ ਦਾ ਪਿੱਛਾ ਕਰਨਗੀਆਂ। ਰਾਜਸਥਾਨ ਤੋਂ ਖਬਰ ਹੈ, ਜੈਪੁਰ ਤੋਂ, ਜਿੱਥੇ ਇੱਕ ਪਰਿਵਾਰ ਦੇ ਵਿੱਚ 35 ਸਾਲਾਂ ਬਾਅਦ ਜਦੋਂ ਧੀ ਜਨਮੀ ਤਾਂ ਪਿਤਾ ਨੇ ਹੈਲੀਕਾਪਟਰ ਦੇ ਵਿੱਚ ਘਰ ਲਿਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ, ਯਾਨੀ ਕਿ ਬੱਚੀ ਦਾ ਸਵਾਗਤ ਕਰਨ ਦੇ ਲਈ ਉਸ ਨੂੰ ਹੈਲੀਕਾਪਟਰ ਤੇ ਉਸ ਦਾ ਪਿਤਾ ਘਰ ਲੈ ਕੇ ਗਿਆ। ਰਾਜਸਥਾਨ ਦੇ ਨਗੌਰ ਜ਼ਿਲ੍ਹੇ ਦੇ ਵਿੱਚ ਬੱਚੀ ਦੇ ਪਿਤਾ ਨੇ ਆਪਣੀ ਖੁਸ਼ੀ ਦਾ ਇਜ਼ਹਾਰ 5.5 ਲੱਖ ਰੁਪਏ ਖਰਚ ਕਰਕੇ ਅਨੋਖੇ ਤਰੀਕੇ ਦੇ ਨਾਲ ਕੀਤਾ। ਨਗੌਰ ਜ਼ਿਲ੍ਹੇ ਦੇ ਨਿੰਬੜੀ ਚੰਦਾਵਤਾ ਪਿੰਡ ਦੇ ਰਹਿਣ ਵਾਲੀ ਧੀ ਨੂੰ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਦੇਖਣ ਆਏ ਜਦੋਂ ਉਸ ਦਾ ਪਿਤਾ ਉਸ ਨੂੰ ਹੈਲੀਕਾਪਟਰ ਤੇ ਘਰ ਲੈ ਕੇ ਆਇਆ। ਪ੍ਰਾਈਮ ਟਾਈਮ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਦੀਆਂ। ਸਭ ਤੋਂ ਪਹਿਲੀ ਖਬਰ ਆਸਟ੍ਰੇਲੀਆ ਤੇ ਚੀਨ ਦੇ ਨਾਲ ਜੁੜੀ ਹੋਈ ਹੈ। ਆਸਟ੍ਰੇਲੀਆ ਨੇ ਬੈਲਟ ਐਂਡ ਰੋਡ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਹੈ ਤੇ ਚੀਨ ਨੇ ਧਮਕੀ ਦੇ ਦਿੱਤੀ ਹੈ। ਚੀਨ ਗੁੱਸੇ ਵਿੱਚ ਹੈ। ਆਸਟ੍ਰੇਲੀਆ ਨੇ ਚੀਨ ਦੇ ਨਾਲ ਬਹੁਤ ਹੀ ਇੰਪੋਰਟੈਂਟ ਕਹਿ ਸਕਦੇ ਹਾਂ ਬੈਲਟ ਐਂਡ ਰੋਡ ਪ੍ਰੋਜੈਕਟ ਨਾਲ ਜੁੜੇ 2 ਸਮਝੌਤਿਆਂ ਨੂੰ ਰੱਦ ਕਰ ਦਿੱਤਾ ਹੈ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਿਰਾਈਸ ਪੇਨ ਨੇ ਇਸ ਦਾ ਐਲਾਨ ਕੀਤਾ ਕਿ ਚੀਨ ਦੇ ਨਾਲ 4 ਸਮਝੌਤੇ ਅਸੀਂ ਰੱਦ ਕਰਦੇ ਹਾਂ। ਇਹਨਾਂ ਵਿੱਚ ਬੈਲਟ ਐਂਡ ਰੋਡ ਪ੍ਰੋਜੈਕਟ ਦੇ 2 ਸਮਝੌਤਿਆਂ ਦੀ ਖਾਸੀ ਚਰਚਾ ਹੋ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ 2 ਸਮਝੌਤੇ ਆਸਟ੍ਰੇਲੀਆ ਸਰਕਾਰ ਨੇ ਨਾ ਕਰਕੇ ਵਿਕਟੋਰੀਆ ਸੂਬੇ ਨੇ 2018 ਤੇ 2019 ਦੇ ਵਿੱਚ ਚੀਨ ਦੇ ਨਾਲ ਕੀਤੇ ਸੀ। ਆਸਟ੍ਰੇਲੀਆ ਦੀ ਸੰਘੀ ਸਰਕਾਰ ਨੂੰ ਦਸੰਬਰ ਵਿੱਚ ਵੀਟੋ ਪਾਵਰ ਦਿੱਤੀ ਗਈ ਸੀ ਕਿ ਉਹ ਕਿਸੇ ਸੂਬੇ ਜਾਂ ਯੂਨੀਵਰਸਿਟੀ ਵੱਲੋਂ ਕੀਤੇ ਗਏ ਫੈਸਲੇ ਨੂੰ ਰੱਦ ਕਰ ਸਕਦੀ ਹੈ। ਇਸ ਫੈਸਲੇ ਦੇ ਬੁੱਧਵਾਰ ਨੂੰ ਜਨਤਕ ਹੋਣ ਤੋਂ ਪਹਿਲਾਂ ਹੀ ਚੀਨ ਨੇ ਇਸ ਤੇ ਆਪਣਾ ਇਤਰਾਜ਼ ਜਤਾ ਦਿੱਤਾ ਸੀ। ਆਸਟ੍ਰੇਲੀਆ ਦੇ ਵਿੱਚ ਚੀਨ ਦੇ ਦੂਤਾਵਾਸ ਨੇ ਇਸ ਨੂੰ ਚੀਨ ਦੇ ਖਿਲਾਫ ਆਸਟ੍ਰੇਲੀਆਈ ਪੱਖ ਦਾ ਚੁੱਕਿਆ ਗਿਆ ਇੱਕ ਹੋਰ ਅਨੁਚਿਤ ਅਤੇ ਉਤੇਜਕ ਕਦਮ ਦੱਸਿਆ ਹੈ। ਚੀਨੀ ਦੂਤਾਵਾਸ ਨੇ ਕਿਹਾ ਹੈ ਕਿ ਇਹ ਦਰਸਾਉਂਦਾ ਹੈ ਕਿ ਚੀਨ ਆਸਟ੍ਰੇਲੀਆ ਸੰਬੰਧਾਂ ਨੂੰ ਬਿਹਤਰ ਬਣਾਉਣ ਦੇ ਵਿੱਚ ਆਸਟ੍ਰੇਲੀਆ ਦੀ ਸਕਾਟ ਮੌਰਿਸਨ ਸਰਕਾਰ ਕੋਈ ਇਮਾਨਦਾਰੀ ਨਹੀਂ ਦਿਖਾ ਰਹੀ। ਧਾਰਮਿਕ ਆਜ਼ਾਦੀ ਨੂੰ ਮਾਪਣ ਵਾਲੇ ਅਮਰੀਕੀ ਪੈਨਲ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਲਗਾਤਾਰ ਦੂਸਰੇ ਸਾਲ ਇਹ ਸੁਝਾਅ ਦਿੱਤਾ ਹੈ ਕਿ 2020 ਦੇ ਵਿੱਚ ਸਭ ਤੋਂ ਵੱਧ ਧਾਰਮਿਕ ਸੁਤੰਤਰਤਾ ਦਾ ਉਲੰਘਣ ਕਰਨ ਕਰਕੇ ਭਾਰਤ ਨੂੰ ਕੰਟਰੀਜ਼ ਆਫ ਪਾਰਟਿਕੂਲਰ ਕੰਸਰਨ ਯਾਨੀ ਕਿ CPC ਦੀ ਸੂਚੀ ਵਿੱਚ ਪਾ ਦੇਣਾ ਚਾਹੀਦਾ ਹੈ। ਦੂਸਰਾ ਸੁਝਾਅ ਇਹ ਦਿੱਤਾ ਗਿਆ ਕਿ ਪ੍ਰਸ਼ਾਸਨ ਨੂੰ ਅੰਤਰ ਧਾਰਮਿਕ ਸੰਵਾਦ, ਦੁਪੱਖੀ ਅਤੇ ਬਹੁਪੱਖੀ ਫੋਰਮ ਤੇ ਹਰ ਭਾਈਚਾਰੇ ਨੂੰ ਬਰਾਬਰੀ ਦੇ ਹੱਕ ਨੂੰ ਬੜਾਵਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਮਰੀਕੀ ਕਾਂਗਰਸ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਅਮਰੀਕਾ ਭਾਰਤ ਦੁਵੱਲੇ ਰਿਸ਼ਤਿਆਂ ਵਿੱਚ ਵੀ ਇਸ ਮੁੱਦੇ ਨੂੰ ਚੁੱਕੇ। ਪਾਕਿਸਤਾਨ ਤੋਂ ਖਬਰ ਹੈ, ਜਿੱਥੇ ਦੱਖਣ ਪੱਛਮੀ ਪਾਕਿਸਤਾਨ ਦੇ ਅਸ਼ਾਂਤ ਸ਼ਹਿਰ ਕੁਵੇਟਾ ਦੇ ਆਲੀਸ਼ਾਨ ਹੋਟਲ ਦੀ ਪਾਰਕਿੰਗ ਵਿੱਚ ਬੰਬ ਧਮਾਕੇ ਨਾਲ 4 ਜਣਿਆਂ ਦੀ ਮੌਤ ਹੋ ਗਈ ਤੇ 12 ਜ਼ਖਮੀ ਹੋ ਗਏ। ਪਾਕਿਸਤਾਨ ਦੇ ਅਧਿਕਾਰੀਆਂ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਜਿਸ ਵਕਤ ਧਮਾਕਾ ਹੋਇਆ ਉਸ ਵਕਤ ਹੋਟਲ ਦੇ ਅੰਦਰ ਚੀਨੀ ਪ੍ਰਤੀਨਿਧੀ ਮੰਡਲ ਮੌਜੂਦ ਸੀ। ਧਮਾਕੇ ਤੋਂ ਬਾਅਦ ਕੁਝ ਜਵਾਨਾਂ ਨੂੰ ਅੱਗ ਵੀ ਲੱਗ ਗਈ। ਬੰਬ ਧਮਾਕੇ ਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਜ਼ਿੰਮੇਵਾਰੀ ਲਈ ਹੈ। ਅਮਰੀਕਾ ਤੋਂ ਖਬਰ ਹੈ, ਜਿੱਥੇ ਨਿਊਯਾਰਕ ਦੇ ਲੌਂਗ ਆਈਲੈਂਡ ਦੇ ਵਿੱਚ ਇੱਕ ਸਟਾਪ ਐਂਡ ਸ਼ਾਪ ਸਟੋਰ ਤੇ ਹੋਈ ਗੋਲੀਬਾਰੀ ਦੇ ਵਿੱਚ ਸਟੋਰ ਦੇ ਹੀ ਇੱਕ ਕਰਮਚਾਰੀ ਨੇ ਸਟੋਰ ਦੇ ਇੱਕ ਮੈਨੇਜਰ ਨੂੰ ਕਥਿਤ ਤੌਰ ਤੇ ਮਾਰ ਦਿੱਤਾ ਤੇ ਨਾਲ ਹੀ 2 ਸਹਿਕਰਮੀਆਂ ਨੂੰ ਜ਼ਖਮੀ ਕਰ ਦਿੱਤਾ। ਤੇ ਇਸ ਮਾਮਲੇ ਦੇ ਵਿੱਚ ਨਸਾਓ ਕਾਉਂਟੀ ਦੇ ਪੁਲਿਸ ਕਮਿਸ਼ਨਰ ਪੈਟਰਿਕ ਰਾਈਡਰ ਨੇ ਦੱਸਿਆ ਕਿ ਗੋਲੀਬਾਰੀ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। 31 ਸਾਲਾ ਹਮਲਾਵਰ ਗੈਬਰੀਅਲ ਡੇਵਿਡ ਵਿਲਸਨ ਵੈਸਟ ਹੈਮਸਟੇਡ ਸਟੋਰ ਦੇ ਦੂਸਰੀ ਮੰਜ਼ਿਲ ਦੇ ਦਫ਼ਤਰਾਂ ਵਿੱਚ ਗਿਆ ਤੇ 2 ਸਹਿਕਰਮੀਆਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਦੀ ਪਛਾਣ ਇੱਕ ਔਰਤ ਤੇ ਮਰਦ ਵਜੋਂ ਹੋਈ ਹੈ। ਉਸ ਤੋਂ ਬਾਅਦ ਉਸਨੇ ਮੈਨੇਜਰ ਨੂੰ ਤਾਂ ਜਾਨ ਤੋਂ ਹੀ ਮਾਰ ਦਿੱਤਾ। ਸੋ ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ। ਰੋਜ਼ਾਨਾ ਬੁਲੇਟਿਨ ਦੇ ਵਿੱਚ ਆਪਾਂ ਇਹ ਖਬਰਾਂ ਪੜ੍ਹਦੇ ਹਾਂ ਜਦੋਂ ਅਮਰੀਕਾ ਦੇ ਵਿੱਚ ਕਦੇ ਗੋਲੀਬਾਰੀ ਦੀ ਘਟਨਾ ਕਿਸੇ ਸੂਬੇ 'ਚ ਵਾਪਰੀ ਹੁੰਦੀ ਹੈ ਤੇ ਲੋਕਾਂ ਦੀ ਮੌਤ ਹੋਈ ਹੁੰਦੀ ਹੈ, ਕਦੇ ਕਿਸੇ ਸੂਬੇ ਦੇ ਵਿੱਚ। ਅਮਰੀਕਾ ਦੇ ਵਿੱਚ ਅਪਰਾਧ ਹੈ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਧ ਰਿਹਾ ਹੈ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।